जी का खालसा वाहिगुरू जी की फतेह। सिख आइडेंटिटी ਜਾਂ ਸਿੱਖ ਵਿਲੱਖਣਤਾ ਉਹਦੇ ਦਿਨ ਜੋ ਇਹ ਲੜੀ ਹੈ ਪ੍ਰੋਗਰਾਮਾਂ ਦੀ ਅੱਜ ਖਾਸ ਕਰਕੇ ਕਿਉਂਕਿ ਅੱਜ ਦਾ ਦਿਨ 15 ਅਗਸਤ 1604 ਸੀ ਉਦੋਂ, ਅੱਜ ਐਤਕੀ 19 ਅਗਸਤ ਆ ਗਿਆ। 1604 ਦੇ ਵਿੱਚ ਆਦਿ ਗ੍ਰੰਥ ਜਿਹੜਾ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੰਪਾਈਲ ਕੀਤਾ। ਅੱਜ ਦੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਪ੍ਰਕਾਸ਼ ਕੀਤਾ ਸੀ, ਇੰਸਟਾਲ ਕੀਤਾ ਸੀ। 1601 ਤੋਂ ਲੱਗ ਕੇ 1604 ਤੱਕ, ਅਗਸਤ 1604 ਤੱਕ ਗੁਰੂ ਸਾਹਿਬਾਨਾਂ ਦੀ ਬਾਣੀ ਜਾਂ ਭਗਤਾਂ ਦੀ ਬਾਣੀ ਉਹ ਸਾਰੀ ਰਾਮਸਰ ਦੇ ਵਿੱਚ, ਰਾਮਸਰ ਦੇ ਸਥਾਨ ਦੇ ਉੱਤੇ ਭਾਈ ਗੁਰਦਾਸ ਤੋਂ ਲਿਖਾ ਕੇ ਅੱਜ ਦੇ ਦਿਨ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਅਤੇ ਅੱਜ ਇਹ ਦਿਨ ਸਿੱਖ ਜਗਤ ਦੇ ਵਿੱਚ ਜਗ੍ਹਾ ਜਗ੍ਹਾ ਮਨਾਇਆ ਜਾ ਰਿਹਾ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਣੀ ਦੀ, ਬਾਣੀ ਦੇ ਸੰਗ੍ਰਹਿ ਦੀ। ਕਿੱਦਾਂ ਬਾਣੀ ਇਹ ਕਿੱਦਾਂ ਇਕੱਤਰ ਹੋਇਆ ਅਤੇ ਇਹ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਹੁਣ ਇਸ ਵੇਲੇ, ਉਹਦੀ ਵੀ ਗੱਲ ਕਰਨੀ ਹੈ ਕਿ ਇਹਦੀ ਕਿਉਂ ਲੋੜ ਪਈ। ਕੀ ਉਸ ਤੋਂ ਪਹਿਲਾਂ ਹੋਰ ਗ੍ਰੰਥ ਥੋੜ੍ਹੇ ਸਨ? ਸੋ ਆਪਾਂ ਲੜੀਵਾਰ ਅੱਜ ਸਿਰਫ ਇਸੇ ਮਸਲੇ 'ਤੇ ਹੈ ਕਿਉਂਕਿ ਵਿਸ਼ੇਸ਼ ਦਿਨ ਹੈ। ਅੱਜ ਆਪਾਂ ਇਸੇ ਉੱਤੇ ਗੱਲ ਕਰਨੀ ਹੈ ਅਤੇ ਆਪਾਂ ਨੂੰ ਇਤਿਹਾਸ ਦਾ ਸਾਰਾ ਜ਼ਿਕਰ ਕਰਨ ਵਾਸਤੇ ਹਮੇਸ਼ਾ ਤਰ੍ਹਾਂ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਹਾਜ਼ਰ ਨੇ। ਉਹਨਾਂ ਨੂੰ ਫਤਿਹ ਬੁਲਾਉਂਦੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਧੰਨਵਾਦ ਹੈ ਜੀ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਮਹਾਨ ਦਿਨ ਹੈ, ਦਿਵਸ ਹੈ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਮਹਾਨ ਗ੍ਰੰਥ ਰਚਾ ਕੇ ਬਾਬਾ ਬੁੱਢਾ ਜੀ ਦੇ ਸੀਸ ਤੇ ਸ਼ੋਭਿਤ ਕਰਕੇ ਰਾਮਸਰ ਤੋਂ ਲਿਆ ਕੇ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਇੰਸਟਾਲ ਕੀਤਾ। ਅਤੇ ਆਪਾਂ ਉਸ ਤੋਂ ਇੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਥੋੜ੍ਹੀ ਜਿਹੀ ਹਿਸਟਰੀ ਬੈਕਗਰਾਊਂਡ ਦੇ ਤੁਹਾਤੋਂ ਜਾਣਨੀ ਚਾਹਾਂਗੇ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੋ ਬਾਣੀ ਸਾਹਿਬਾਂ ਨੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕੰਪਾਈਲ ਕੀਤੀ, ਸੰਗ੍ਰਹਿ ਬਣਾਇਆ, ਇਹਦਾ ਪਿਛੋਕੜ ਕੀ ਹੈ? ਗੁਰੂ ਸਾਹਿਬਾਨ ਬਾਣੀ ਉਚਾਰਦੇ ਸਨ ਤੇ ਬਾਣੀ ਕਿੱਥੇ ਰੱਖੀ ਜਾਂਦੀ ਸੀ? ਲੜੀਵਾਰ ਹੌਲੀ ਹੌਲੀ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਂ ਸਵਾਲਾਂ ਦੇ ਤੁਸੀਂ ਆਪ ਹੀ ਸ਼ੁਰੂ ਕਰਨਾ ਹੈ। ਆਪਾਂ ਕੀ ਲੋੜ ਪਈ, ਕਿਉਂ ਲੋੜ ਪਈ, ਕਿਉਂ ਕਿ ਇਹੋ ਜਿਹੇ ਗ੍ਰੰਥ ਜਿਸ ਭੂਗੋਲਿਕ ਭੂਮੀ ਤੋਂ, ਉੱਥੋਂ ਆਪਾਂ ਆਏ ਹਾਂ, ਉੱਥੇ ਕੀ ਹੋਰ ਗ੍ਰੰਥ ਨਹੀਂ ਸਨ? ਵੇਦ ਸਨ, ਸ਼ਾਸਤਰ ਸਨ, ਸਿਮਰਤੀਆਂ ਸਨ। ਫਿਰ ਗੁਰੂ ਸਾਹਿਬਾਂ ਨੂੰ ਕਿਉਂ ਲੋੜ ਪਈ? ਜੀ ਭਾਈ ਸਾਹਿਬ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਜਿਹੜਾ ਤੁਹਾਡਾ ਸਵਾਲ ਹੈ ਨਾ ਕਿ ਇਸ ਗ੍ਰੰਥ ਦੀ ਕੀ ਲੋੜ ਪਈ ਜੀ, ਉਸ ਤੋਂ ਪਹਿਲਾਂ ਜੇ ਆਪਾਂ ਇਹ ਗੱਲ ਕਰੀਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਬਾਕੀ ਗੁਰੂ ਸਾਹਿਬਾਂ ਨੇ ਜਦੋਂ ਬਾਣੀ ਉਚਾਰਨ ਕੀਤੀ ਤੇ ਉਹਦਾ ਮਕਸਦ ਕੀ ਸੀ? ਬੇਸ਼ੱਕ ਉਸ ਵੇਲੇ ਹੋਰ ਧਾਰਮਿਕ ਗ੍ਰੰਥ ਬਹੁਤ ਸਨ, ਪਰ ਉਹ ਜਿਹੜੇ ਸਾਰੇ ਧਾਰਮਿਕ ਗ੍ਰੰਥ ਸੀਗੇ ਉਹ ਲੋਕ ਬੋਲੀ ਵਿੱਚ ਨਹੀਂ ਸਨ। ਲੋਕਾਂ ਦੀ ਸਮਝ ਤੋਂ ਦੂਰ ਦੀ ਗੱਲ ਸੀ ਤੇ ਪ੍ਰੋਤ ਪੁਜਾਰੀ ਜਾਂ ਕਾਜ਼ੀ ਉਹਨੂੰ ਆਪਣੀ ਮਰਜ਼ੀ ਦੇ ਮੁਤਾਬਕ ਵਰਤ ਕੇ ਤੇ ਲੋਕਾਂ ਦਾ ਸ਼ੋਸ਼ਣ ਕਰਦਾ ਸੀ। ਦੂਸਰੀ ਗੱਲ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਇਹ ਕੋਈ ਕਵਿਤਾ ਦੇ ਰੂਪ ਚ ਨਹੀਂ ਹੈ। ਬਾਕੀ ਧਾਰਮਿਕ ਗ੍ਰੰਥਾਂ ਦੇ ਨਾਲ ਜੇ ਅਸੀਂ ਇਹਨੂੰ ਕੰਪੇਅਰ ਕਰਾਂਗੇ, ਉਹਦੇ ਨਾਲ ਇਹਨੂੰ ਜਦੋਂ ਅਸੀਂ ਕਰਕੇ ਵੇਖਾਂਗੇ, ਉਹਦੇ ਨਾਲ ਉਹਦਾ ਜਦੋਂ ਕੰਪੇਅਰ ਕਰਾਂਗੇ ਅਸੀਂ ਉਹਨੂੰ, ਤੇ ਉਹ ਜਿਹੜੇ ਬਾਕੀ ਦੇ ਗ੍ਰੰਥ ਨੇ ਉਹ ਉਹਨਾਂ ਦੇ ਧਰਮਾਂ ਦੇ ਮੁਖੀਆਂ ਵੱਲੋਂ ਆਪ ਉਚਾਰ ਕੇ ਨਹੀਂ ਲਿਖੇ ਗਏ। ਉਹਨਾਂ ਦੀ ਜਿਹੜੀ ਪ੍ਰਮਾਣਿਕਤਾ ਹੈਗੀ ਆ ਉਹਦੇ ਉੱਤੇ ਬਹੁਤ ਸਾਰੇ ਸਵਾਲ ਉੱਠਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਸਪਸ਼ਟ ਕੀਤੀ ਆਪਣੀ ਬਾਣੀ ਦੇ ਵਿੱਚ
ਕਿ ਜਿਸ ਤਰੀਕੇ ਦੇ ਨਾਲ ਅਕਾਲ ਪੁਰਖ ਦਾ ਗਿਆਨ ਉਹਨਾਂ ਰਾਹੀਂ ਇਸ ਸੰਸਾਰ ਦੇ ਉੱਤੇ ਮਨੁੱਖਤਾ ਦੀ ਭਲਾਈ ਵਾਸਤੇ ਆ ਰਿਹਾ ਹੈ, ਗੁਰੂ ਨਾਨਕ ਸਾਹਿਬ ਉਹੀ ਗੱਲ ਦੱਸ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਂਸੜਾ ਕਰੀ ਗਿਆਨ ਵੇ ਲਾਲੋ। ਇਹ ਭਾਈ ਲਾਲੋ, ਉਹ ਖਸਮ ਵਾਹਿਗੁਰੂ ਪਰਮਾਤਮਾ ਵੱਲੋਂ ਜਿਹੜਾ ਗਿਆਨ ਮੈਨੂੰ ਆ ਰਿਹਾ ਹੈ, ਮੈਂ ਉਹ ਗਿਆਨ ਤੇਰੇ ਨਾਲ ਸਾਂਝਾ ਕਰ ਰਿਹਾ, ਮੈਂ ਉਹੀ ਕਰ ਰਿਹਾ। ਗੁਰੂ ਅਰਜਨ ਸਾਹਿਬ ਨੇ ਵੀ ਇਹਦੇ ਉੱਤੇ ਮੋਹਰ ਲਾਈ, ਹੂੰ ਆਪ ਨੂੰ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ। ਸਿੱਖ ਦਾ ਇਹ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਸਨ। ਗੁਰੂ ਨਾਨਕ ਦੀ ਜੋਤ ਅਕਾਲ ਪੁਰਖ ਨੇ ਇਸ ਸੰਸਾਰ ਤੇ ਮਨੁੱਖਤਾ ਦੀ ਅਗਵਾਈ ਕਰਨ ਵਾਸਤੇ ਭੇਜੀ, ਤੇ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਦੀ ਗੱਲ ਲੋਕਾਂ ਦੀ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਸੀ ਉਹਦੇ ਵਿੱਚ ਕੀਤੀ। ਗੁਰੂ ਨਾਨਕ ਸਾਹਿਬ ਦੇ ਜਦੋਂ ਪ੍ਰਚਾਰ ਦੌਰੇ ਅਸੀਂ ਵਿਚਾਰ ਕੇ ਵੇਖਦੇ ਹਾਂ, ਤੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਨੇ, ਉਹਨਾਂ ਨੇ ਉੱਥੇ ਦੀ ਜਿਹੜੀ ਬੋਲੀ ਸੀ ਉਹਦੀ ਵਰਤੋਂ ਕੀਤੀ ਹੈ। ਜੇ ਬਗਦਾਦ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੇ ਫਾਰਸੀ ਦੀ ਵਰਤੋਂ ਕੀਤੀ, ਜੇ ਇੱਧਰ ਸਾਊਥ ਵਿੱਚ ਗਏ ਨੇ ਤੇ ਉਹਨਾਂ ਨੇ ਸੰਸਕ੍ਰਿਤ ਦੀ ਵਰਤੋਂ ਕੀਤੀ, ਪੰਜਾਬ 'ਚ ਕਿਤੇ ਲਹਿੰਦੇ ਪੰਜਾਬ ਵਿੱਚ ਗਏ ਤੇ ਲਹਿੰਦੇ ਪੰਜਾਬ ਦੀ ਪੰਜਾਬੀ ਬੋਲੀ, ਪੰਜਾਬੀ ਦੇ ਵੀ ਕਈ ਡਾਇਲੈਕਟਸ ਨੇ, ਕਈ ਉਹਦੇ ਰੂਪ ਹੈਗੇ ਨੇ। ਗੁਰੂ ਸਾਹਿਬਾਂ ਨੇ ਲੋਕ ਬੋਲੀ ਦੇ ਵਿੱਚ ਉਹ ਸਾਰੀ ਜਿਹੜੀ ਬਾਣੀ ਸੀ ਉਹ ਉਚਾਰਨ ਕੀਤੀ। ਉਹ ਸੀ ਜਿਹੜੀ ਬਾਣੀ ਜਿਹੜੀ ਸੀ, ਇਹ ਕੋਈ ਗੀਤ ਨਹੀਂ ਸੀ, ਕਵਿਤਾ ਨਹੀਂ ਸੀ, ਲਿਟਰੇਚਰ ਨਹੀਂ ਸੀ, ਇਹ ਬ੍ਰਹਮ ਦਾ ਗਿਆਨ ਸੀ। ਉਸ ਅਕਾਲ ਪੁਰਖ ਦਾ ਮਨੁੱਖਤਾ ਦੀ ਅਗਵਾਈ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਰਾਹੀਂ ਇਸ ਧਰਤੀ ਤੇ ਪ੍ਰਕਾਸ਼ ਹੋਇਆ ਗਿਆਨ ਸੀ। ਤੇ ਗੁਰੂ ਨਾਨਕ ਸਾਹਿਬ ਜਿਸ ਵੇਲੇ ਬਾਣੀ ਉਚਾਰਨ ਕਰਦੇ ਸਨ ਤੇ ਆਪਣੇ ਕੋਲ ਪੋਥੀ ਉੱਤੇ ਨੋਟ ਕਰ ਲੈਂਦੇ ਸਨ। ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਆਸਾ ਹੱਥ ਕਿਤਾਬ ਕੱਛ। ਜਿਸ ਵੇਲੇ ਬਾਬਾ ਜੀ ਮੱਕੇ ਨੂੰ ਗਏ ਨੇ ਤੇ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਇੱਕ ਵੱਡਾ ਸੋਟਾ ਫੜਿਆ ਹੋਇਆ ਹੈ, ਤੇ ਜਿਹੜੀ ਉਹ ਪੋਥੀ ਹੈਗੀ ਬਾਣੀ ਵਾਲੀ, ਉਹ ਜਿਹੜੀ ਆਪਣੀ ਬਗਲ ਦੇ ਵਿੱਚ ਇੱਕ ਝੋਲਾ ਲਮਕਾਇਆ ਹੋਇਆ ਉਹਦੇ ਵਿੱਚ ਪਾਈ ਹੋਈ ਹੈ। ਤੇ ਫਿਰ ਇੱਕ ਦੂਜੀ ਗਵਾਹੀ ਹੈ, ਜਿਸ ਵੇਲੇ ਮੱਕੇ ਦੇ ਵਿੱਚ ਕਾਜ਼ੀਆਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਹੈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਉਹ ਕਾਜ਼ੀ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕਿ ਤੂੰ ਆਪਣੇ ਧਰਮ ਦਾ ਗ੍ਰੰਥ ਖੋਲ ਕੇ ਸਾਨੂੰ ਦੱਸ ਕਿ ਤੇਰੇ ਮਤ ਮੁਤਾਬਕ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਇਹ ਤੋਂ ਸਾਬਤ ਹੁੰਦਾ ਹੈ, ਉਹਦੇ ਹਵਾਲੇ ਨੇ ਇਸ ਸੰਬੰਧ ਵਿੱਚ, ਕਿਉਂਕਿ ਸਾਡੇ ਦਰਸ਼ਕਾਂ ਨੂੰ ਅਸੀਂ ਕਨਫਿਊਜ਼ ਨਹੀਂ ਕਰਨਾ, ਸਿੰਪਲ ਜਿਹੜੀ ਗੱਲ ਉਹ ਕਰਨੀ ਹੈ। ਗੁਰੂ ਸਾਹਿਬ ਆਪਣੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਣੇ ਕੋਲ ਆਪਣੀ ਪੋਥੀ ਦੇ ਉੱਤੇ ਦਰਜ ਕਰ ਲੈਂਦੇ ਸਨ, ਨੋਟ ਕਰ ਲੈਂਦੇ ਸਨ, ਤੇ ਆਪਣੀਆਂ ਉਦਾਸੀਆਂ ਸਮੇਂ ਜਦੋਂ ਭਗਤਾਂ ਦੇ ਸਥਾਨਾਂ ਤੇ ਜਾਂਦੇ ਸਨ, ਜਿਵੇਂ ਕਿ ਕਾਂਸ਼ੀ ਗਏ ਨੇ, ਉਹ ਭਗਤ ਨਾਮਦੇਵ ਜੀ ਦੀ ਜਗ੍ਹਾ ਤੇ ਗਏ ਨੇ, ਰਾਜਸਥਾਨ 'ਚ ਭਗਤ ਧੰਨਾ ਜੀ ਦੀ ਜਗ੍ਹਾ ਤੇ ਗਏ ਨੇ, ਬੰਗਾਲ ਵਿੱਚ ਗਏ ਨੇ, ਇੱਧਰ ਪੰਜਾਬ ਦੇ ਵਿੱਚ ਬਾਬਾ ਫਰੀਦ ਜੀ ਦੀ ਜਗ੍ਹਾ ਤੇ ਗਏ ਨੇ, ਜਿੱਥੇ ਜਿੱਥੇ ਵੀ ਗਏ ਨੇ, ਉਹ ਜਿਹੜੀ ਜਿਹੜੀ ਬਾਣੀ ਗੁਰਮਤਿ ਸਿਧਾਂਤ ਦੇ ਨਾਲ ਮੇਲ ਖਾਂਦੀ ਸੀ, ਇੱਕ ਅਕਾਲ ਪੁਰਖ ਦੀ ਗੱਲ ਕਰਦੀ ਸੀ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਦੀ ਸੀ, ਉਹਨੂੰ ਵੀ ਆਪਣੀ ਪੋਥੀ ਉੱਤੇ ਵੱਖਰੇ ਸਿਰਲੇਖ ਹੇਠ ਉਹ ਜਿਹੜੀ ਸੀ ਉਹ ਦਰਜ ਕਰ ਲੈਂਦੇ ਸਨ, ਨੋਟ ਕਰ ਲੈਂਦੇ ਸਨ। ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ, ਭਗਤਾਂ ਦੀ ਬਾਣੀ ਜਿਹੜੀ ਉਹਨਾਂ ਨੇ ਦਰਜ ਕੀਤੀ ਸੀ, 1539 ਨੂੰ ਭਾਈ ਲਹਿਣਾ ਜੀ ਨੂੰ ਨਾਨਕ ਦੀ ਜੋਤ ਦੇ ਵਾਰਿਸ ਬਣਾਉਣ ਸਮੇਂ ਉਹਨਾਂ ਨੂੰ ਸੌਂਪ ਦਿੱਤੀ। ਜਨਮ ਸਾਖੀ ਵਾਲਾ ਹਵਾਲਾ ਦਿੰਦਾ, ਇਹਦਾ ਮੋਹਰ ਲਾਉਂਦਾ ਇਸ ਗੱਲ ਤੇ, ਪੋਥੀ ਗੁਰੂ ਅੰਗਦ ਜੋਗ ਹੋਈ। ਜਿਸ ਵੇਲੇ ਇਹਨਾਂ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਵੇਂ ਵਸੀਅਤ ਲਿਖੀ ਹੁੰਦੀ ਹੈ ਕਿ ਇਹਨੂੰ ਕੀ ਦੇਣਾ ਹੈ, ਤੇ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਉਹ ਜਿਹੜੀ ਬਾਣੀ ਵਾਲੀ ਪੋਥੀ ਸੀ ਉਹ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ। ਇਸੇ ਤਰ੍ਹਾਂ ਹੀ ਉਹ ਪੋਥੀ ਜਿਹੜੀ ਸੀ, ਇੱਕ ਤੋਂ ਬਾਅਦ ਦੂਜੇ, ਦੂਜੇ ਤੋਂ ਬਾਅਦ ਤੀਜੇ, ਤੀਜੇ ਤੋਂ ਬਾਅਦ ਚੌਥੇ, ਤੇ ਚੌਥੇ ਤੋਂ ਬਾਅਦ ਪੰਜਵੇਂ ਗੁਰੂ ਅਰਜਨ ਸਾਹਿਬ ਤੱਕ ਪਹੁੰਚ ਗਈ ਸੀ। ਇਹ ਤਾਂ ਸੀ ਬਾਣੀ ਨੂੰ ਲਿਖਣ ਦਾ ਜਿਹੜਾ ਸੀਗਾ, ਪਰ ਇਹਦੇ ਨਾਲ ਹੀ ਬਹੁਤ ਥਾਵਾਂ ਦੇ ਉੱਤੇ ਉਹਨਾਂ ਦਾ ਵੱਖਰੀਆਂ ਪੋਥੀਆਂ ਦੇ ਉੱਤੇ ਉਤਾਰਾ ਵੀ ਕਰ ਲਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਜਿੱਥੇ ਇੰਨੀ ਲੰਮੇ ਪ੍ਰਚਾਰ ਦੌਰੇ ਕੀਤੇ, ਬਹੁਤ ਥਾਵਾਂ ਦੇ ਧਰਮਸ਼ਾਲਾਵਾਂ ਕੈਂਪ ਕੀਤੀਆਂ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਜਿੱਥੇ ਜਿੱਥੇ ਧਰਮਸ਼ਾਲ ਸੀ, ਉਹਨਾਂ ਦੇ ਕੋਲ ਆਪਣੀ ਬਾਣੀ ਦੀ ਜਿਹੜੀਆਂ ਸੀ ਲਿਖਤੀ ਰੂਪ ਦੇ ਵਿੱਚ ਉਹ ਹੁੰਦੇ ਸਨ, ਪੋਥੀਆਂ ਲਿਖੀਆਂ ਜਾਂਦੀਆਂ ਸਨ। ਉਹਦੇ ਵਿੱਚ ਹੀ ਬਾਬਾ ਮੋਹਨ ਜੀ ਵਾਲੀ ਜਿਹੜੀ ਗੋਇੰਦਵਾਲ ਨੇ ਕੋਈ ਸਾਖੀ ਹੈ, ਉਹਦਾ ਜ਼ਿਕਰ ਵੀ ਇਹਦੇ ਵਿੱਚ ਇਹ ਕੀਤਾ ਜਾ ਸਕਦਾ ਹੈ ਕਿ ਜਦੋਂ ਸਾਰੀਆਂ ਇਹ ਪੋਥੀਆਂ ਇਕੱਠੀਆਂ ਕੀਤੀਆਂ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਆਈਆਂ, ਜਦੋਂ ਇਸ ਤਰੀਕੇ ਦੇ ਨਾਲ ਬਾਣੀ ਜਿਹੜੀ ਸੀ ਉਹ ਇਕੱਠੀ ਹੋ ਰਹੀ ਸੀ। ਇਸ ਤੋਂ ਅਗਲਾ ਤੁਹਾਡਾ ਸਵਾਲ ਕੀ ਹੈ? ਪਹਿਲਾ ਸੀ ਕਿ ਉਹ ਲੋੜ ਕਿਉਂ ਪਈ, ਉਹ ਤੁਸੀਂ ਦੱਸ ਦਿੱਤਾ ਹੈ ਕਿ ਪਹਿਲੇ ਗ੍ਰੰਥ ਜਿਹੜੇ ਸੀ ਉਹ ਉਹਨਾਂ ਨੇ ਪੰਡਤਾਂ ਨੇ ਜਾਂ ਨੇ ਆਪਣੀ ਬੋਲੀ ਦੇ ਵਿੱਚ, ਇਹੋ ਜਿਹੀ ਬੋਲੀ ਜਿਹੜੀ ਆਮ ਜਨਤਾ ਕੋਲ ਨਹੀਂ ਸਮਝੀ ਜਾਂਦੀ ਸੀ,
ਇਹ ਸਤਿਗੁਰੂ ਨੇ ਸਿੰਪਲ ਆਮ ਜਿਹੜੀ ਬੋਲੀ ਲੋਕਾਂ ਦੀ ਉਹਦੇ ਵਿੱਚ ਉਚਾਰਿਆ। ਦੂਸਰਾ ਜਿਹੜੀ ਗੱਲ ਆਖੀ ਹੈ ਤੁਸੀਂ ਕਿ ਆਥੈਂਟਿਸਿਟੀ, ਅੱਜ ਇੱਥੇ ਐਗਜ਼ੀਬਿਸ਼ਨ ਲੱਗਾ ਹੋਇਆ ਸੀ, ਵੋਲਵਰਹੈਂਪਟਨ ਚੱਲਦੀ ਗੱਲ ਹੈ। ਪੈਸੇ ਦੇ ਜ਼ੋਰ ਨਾਲ ਉਹਨਾਂ ਨੇ ਆਪਣੇ ਗ੍ਰੰਥਾਂ ਨੂੰ, ਮੈਂ ਨਾਂ ਨਹੀਂ ਲੈਂਦਾ, ਆਪਣੇ ਗ੍ਰੰਥਾਂ ਨੂੰ ਆਥੈਂਟਿਕ ਗ੍ਰੰਥ ਮੰਨਿਆ। ਹਾਲਾਂਕਿ ਉਹ ਗ੍ਰੰਥ ਉਹਨਾਂ ਦੇ ਪ੍ਰੋਫਟ ਨੇ ਨਹੀਂ ਲਿਖਿਆ, ਉਹਨਾਂ ਦੇ ਬਾਅਦ ਚੇਲਿਆਂ ਨੇ 70-80 ਸਾਲ ਤੋਂ ਬਾਅਦ ਲਿਖਿਆ। ਕੋਈ ਵੀ ਗ੍ਰੰਥ ਜਿਹੜੇ ਕਿਸੇ ਵੀ ਪ੍ਰੋਫਟ ਨੇ ਆਪਣੇ ਹੁੰਦਿਆਂ ਨਹੀਂ ਲਿਖੇ, ਬਾਅਦ ਵਿੱਚ ਉਹਨਾਂ ਲਿਖੇ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਇੱਕ ਆਥੈਂਟਿਕ ਨੇ ਕਿ ਗੁਰੂ ਸਾਹਿਬਾਂ ਨੇ ਆਪ ਲਿਖੇ, ਆਪ ਬਾਣੀ ਇਕੱਤਰ ਕੀਤੀ, ਆਪ ਉਚਾਰੀ, ਤੇ ਹੁਣ ਤੋਂ ਉਦੋਂ ਤੋਂ ਲੱਗ ਕੇ ਹੁਣ ਤੱਕ ਇੱਕ ਅੱਖਰ ਨਹੀਂ ਬਦਲਿਆ ਗਿਆ। ਪਰ ਅਸੀਂ ਬੜੇ ਵੇਸਲੇ ਹਾਂ, ਸਾਨੂੰ ਇਹ ਮਾਣ ਹੀ ਨਹੀਂ ਕਿ ਆਥੈਂਟਿਕ ਹੈ, ਇਹ ਓਰੀਜਨਲ ਹੈ, ਆਥੈਂਟਿਸਿਟੀ ਹੈ। ਇਹ ਉਹੀ ਬਾਣੀ ਹੈ ਜਿਹਦਾ ਇੱਕ ਲਫ਼ਜ਼ ਨਹੀਂ ਬਦਲਿਆ ਜਾ ਸਕਦਾ। ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਮਿੰਟ ਲਈ ਟੋਕਣਾ ਚਾਹੁੰਦਾ ਹੈ। ਜਿਸ ਧਾਰਮਿਕ ਗ੍ਰੰਥ ਦੀ ਤੁਸੀਂ ਗੱਲ ਕਰਦੇ ਹੋ ਕਿ ਉਹਨੂੰ ਪ੍ਰਚਾਰ ਹੈ ਸੀ ਕਿ ਇਹ ਅਥੈਂਟਿਕ ਹੈ, ਉਹਦੇ ਪਿੱਛੇ ਕਾਰਨ ਹੋਰ ਹੈ ਜੀ। ਉਸ ਮਤ ਦੇ ਧਾਰਮਿਕ ਗ੍ਰੰਥ ਜਿਹੜੇ ਨੇ ਇੱਕ ਤੋਂ ਵੱਧ ਫਾਰਮ ਦੇ ਵਿੱਚ ਪਾਏ ਜਾਂਦੇ ਨੇ, ਉਹਨਾਂ ਦੀਆਂ ਵੱਖ-ਵੱਖ ਕਿਸਮਾਂ ਨੇ। ਮੈਂ ਵੀ ਹੁਣ ਉਸ ਗ੍ਰੰਥ ਦਾ ਨਾਂ ਨਹੀਂ ਲੈਣਾ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ। ਉਹ ਇੱਕ ਨਹੀਂ ਸਨ, ਤੇ ਬਹੁਤ ਥੋੜਾ ਸਮਾਂ ਪਹਿਲਾਂ ਹੀ ਇੱਕ ਬਹੁਤ ਅਮੀਰ ਸਟੇਟ ਨੇ, ਦੇਸ਼ ਨੇ, ਸਕਾਲਰਸ ਨੂੰ ਇਕੱਠੇ ਕਰਕੇ ਉਹਦੇ ਵਿੱਚ ਸੋਧ ਸੁਧਾਈ ਕਰਕੇ ਇੱਕ ਜਿਹੜਾ ਉਹਦੀ ਫਾਰਮ ਸੀ, ਇੱਕ ਜਿਹੜਾ ਉਹਦਾ ਵਰਸ਼ਨ ਸੀ, ਉਹ ਤਿਆਰ ਕੀਤਾ, ਔਰ ਉਸ ਵਰਸ਼ਨ ਨੂੰ ਉਹਨਾਂ ਨੇ ਅਥੈਂਟਿਕ ਮੰਨਿਆ। ਅਥੈਂਟਿਕ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਪ੍ਰੋਫਿਟ ਨੇ ਉਚਾਰਨ ਕੀਤਾ ਤੇ ਉਹਨਾਂ ਦੇ ਪ੍ਰੋਫਿਟ ਨੇ ਲਿਖ ਦਿੱਤਾ, ਇਹ ਨਹੀਂ। ਅਥੈਂਟਿਕ ਇਸ ਕਰਕੇ ਕਿਉਂਕਿ ਜਿਹੜੇ ਵੱਖਰੇ ਵੱਖਰੇ ਵਰਜਨ ਨੇ ਉਹਨਾਂ ਨੂੰ ਉਹਨਾਂ ਨੇ ਸਾਈਡਲਾਈਨ ਕਰ ਦਿੱਤਾ ਹੈ। ਇਹ ਜਿਹੜੀ ਉਹਨਾਂ ਨੇ ਪਿਛਲੇ 70-80 ਸਾਲ ਪਹਿਲਾਂ ਲਿਖਵਾਈ ਦੁਆਰਾ ਸੁਧਾਈ ਕਰਨ ਤੋਂ ਬਾਅਦ, ਜਿਵੇਂ ਐਡਿਟ ਨਹੀਂ ਕਰ ਰਹੀਆਂ ਪੁਰਾਣੀਆਂ ਸਰੋਤ ਗ੍ਰੰਥ, ਇਸ ਕਰਕੇ ਉਹਨਾਂ ਨੇ ਉਸ ਨੂੰ ਅਥੈਂਟਿਕ ਫਾਰਮ ਜਾਂ ਅਥੈਂਟਿਕ ਸਰੂਪ ਜਿਹੜਾ ਉਹ ਮੰਨਿਆ। ਜਿਹੜੀ ਗੱਲ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਹੈ ਵੀ ਗੁਰੂ ਸਾਹਿਬਾਂ ਨੇ ਆਪ ਉਹ ਬਾਣੀ ਸੰਭਾਲੀ। ਗੁਰੂ ਅਰਜਨ ਦੇਵ ਜੀ ਤੱਕ ਉਹ ਜਿਹੜੀ ਬਾਣੀ ਹੈ ਪੋਥੀਆਂ ਦੇ ਰੂਪ ਦੇ ਵਿੱਚ ਇਕੱਠੀ ਹੈ। ਇਸ ਤੋਂ ਪਹਿਲਾਂ ਮੈਂ ਤੁਹਾਡਾ ਤੇ ਦਰਸ਼ਕਾਂ ਦਾ ਧਿਆਨ ਇਸ ਪਾਸੇ ਵੱਲ ਲੈ ਕੇ ਜਾਣਾ ਚਾਹੁੰਦਾ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਵਿੱਚ ਅਕਬਰ ਦੇ ਕੋਲ ਇਸ ਗ੍ਰੰਥ ਦੇ ਸੰਬੰਧ ਵਿੱਚ ਸ਼ਿਕਾਇਤ ਹੋਈ ਵੀ ਇਹਦੇ ਵਿੱਚ ਦੂਸਰੇ ਧਰਮਾਂ ਦੇ ਖਿਲਾਫ ਲਿਖਿਆ ਹੋਇਆ ਹੈ। ਉਹ ਜਿਹੜਾ ਗ੍ਰੰਥ ਸੀ, ਗ੍ਰੰਥ ਬਣਿਆ ਨਹੀਂ ਸੀ ਉਦੋਂ, ਉਹ ਪੋਥੀਆਂ ਜਿਹੜੀਆਂ ਬਣੀ ਦੀਆਂ, ਜਿਹੜੀ ਮਤਲਬ ਲੈਣੇ ਜੋ ਗੁਰੂ ਅੰਗਦ ਜੋਗ ਹੋਈ ਸੀ, ਗੁਰੂ ਨਾਨਕ ਸਾਹਿਬ ਦੀ ਪੋਥੀ, ਉਸ ਪੋਥੀ ਦੇ ਖਿਲਾਫ ਸ਼ਿਕਾਇਤ ਹੋਈ ਅਕਬਰ ਦੇ ਕੋਲ ਜਦੋਂ ਲਾਹੌਰ ਆਇਆ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ, ਰਾਮਦਾਸ ਜੀ ਨੂੰ ਭੇਜਿਆ ਲਾਹੌਰ ਦੇ ਵਿੱਚ ਜਾ ਕੇ ਉਹਨੂੰ ਜਵਾਬ ਦੇਣ ਵਾਸਤੇ। ਉਹਨਾਂ ਨੇ ਉਹਨੂੰ ਸਮਝਾਇਆ ਸਾਰਾ ਕੁਝ, ਤੇ ਅਕਬਰ ਇੰਨਾ ਮੁਤਅੱਸਰ ਹੋਇਆ, ਇੰਨਾ ਉਹ ਤੋਂ ਪ੍ਰਭਾਵਿਤ ਹੋਇਆ ਕਿ ਉਹ ਆਪ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਆਇਆ। ਉਸ ਤੋਂ ਬਾਅਦ ਫਿਰ ਵੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਉਸ ਗ੍ਰੰਥ ਦੇ ਸੰਬੰਧ ਵਿੱਚ। ਜਦੋਂ ਇਸ ਬੀੜ ਦੀ ਸੰਪਾਦਨਾ ਦੀ ਗੱਲ ਜਿਹੜੀ 1601 ਈਸਵੀ ਨੂੰ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ, ਉਹਦਾ ਜਿਹੜਾ ਪਿਛੋਕੜ ਹੈ ਉਹ ਇਹ ਹੈ ਵੀ ਜਿਹੜੀਆਂ ਬਾਣੀਆਂ ਗੁਰੂ ਸਾਹਿਬ ਨੇ ਉਚਾਰਨ ਕੀਤੀਆਂ ਹੋਈਆਂ ਸਨ, ਉਹਦੇ ਮੁਕਾਬਲੇ ਦੇ ਉੱਤੇ ਕੁਝ ਲੋਕਾਂ ਨੇ ਕੱਚੀ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ ਸੀ। ਕੇਸਰ ਸਿੰਘ ਛਿੱਬਰ ਬੰਸਾਵਲੀ 10 ਪਾਤਸ਼ਾਹੀਆਂ ਦੇ ਵਿੱਚ ਲਿਖਦਾ ਹੈ ਕਿ ਪ੍ਰਿਥੀ ਚੰਦ ਜਿਹੜਾ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀਗਾ ਤੇ ਬੜਾ ਹੰਕਾਰੀ ਬਿਰਤੀ ਦਾ ਮਾਲਕ ਸੀ, ਜਦੋਂ ਉਹਨੂੰ ਗੁਰਗੱਦੀ ਨਾ ਮਿਲੀ ਤੇ ਉਹਨੇ ਆਪਣੇ ਪੁੱਤਰ ਮਿਹਰਵਾਨ ਨੂੰ ਗੁਰਗੱਦੀ ਤੇ ਬਿਠਾਲ ਕੇ ਉਹ ਕਵਿਤਾ ਲਿਖਦਾ ਸੀ, ਤੇ ਕਵਿਤਾ ਦੇ ਵਿੱਚ ਆਪਣਾ ਤਖੱਲਸ ਉਹਨੇ ਨਾਨਕ ਸ਼ਬਦ ਵਰਤ ਕੇ ਨਾਨਕ ਨਾਂ ਦੇ ਉੱਤੇ ਵੀ ਕਵਿਤਾ ਲਿਖਣੀ ਸ਼ੁਰੂ ਕਰਤੀ, ਜਿਹੜੀ ਕੱਚੀ ਬਾਣੀ ਸੀ। ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮੇ ਦੇ ਵਿੱਚ ਲਿਖਦਾ ਹੈ ਕਿ ਉਹ ਜਿਹੜੇ ਨਕਲੀ ਬਾਣੀ ਸੀ ਉਹਨੂੰ ਭੰਡਾਂ ਨੇ ਚੇਤੇ ਕਰਕੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਬਾਹਰ ਲੋਕਾਂ ਦੇ ਵਿੱਚ। ਤੇ ਇੱਕ ਵਾਰ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਵਿੱਚ ਕਿਸੇ ਨੇ ਆ ਕੇ ਉਹ ਜਿਹੜੀ ਕੱਚੀ ਬਾਣੀ ਸੀ ਉਹ ਗਾ ਦਿੱਤੀ ਜਦੋਂ, ਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਇਹ ਦੇਖਿਆ ਕਿ ਹੱਦ ਹੋ ਗਈ, ਇਹ ਤਾਂ ਕੰਮ ਖਰਾਬ ਹੋ ਗਿਆ, ਹੁਣ ਨਕਲੀ ਜਿਹੜੀ ਆ ਉਹ ਅਸਲੀ ਬਣ ਕੇ ਵਿੱਚ ਮਿਕਸ ਹੋਣੀ ਸ਼ੁਰੂ ਹੋ ਗਈ ਹੈ। ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1601 ਦੇ ਵਿੱਚ ਅੰਮ੍ਰਿਤਸਰ ਦੇ ਬਾਹਰ ਇੱਕ ਨਵੇਕਲਾ ਸਥਾਨ ਚੁਣਿਆ, ਉੱਥੇ ਸਰੋਵਰ ਦੀ ਉਸਾਰੀ ਕਰਵਾਈ, ਉਸ ਥਾਂ ਦਾ ਨਾਂ ਰਾਮਸਰ ਸਾਹਿਬ ਰੱਖਿਆ, ਜਗ੍ਹਾ ਬਣਾਈ,
ਉੱਥੇ ਭਾਈ ਗੁਰਦਾਸ ਜੀ ਨੂੰ ਜ਼ਿੰਮੇਵਾਰੀ ਦਿੱਤੀ ਕਿ ਜਿਹੜੀਆਂ ਤੇ ਪੋਥੀਆਂ ਸਾਡੇ ਕੋਲ ਹੈਗੀਆਂ ਨੇ ਉਹ ਵੀ, ਤੇ ਜਿਹੜੀਆਂ ਬਾਹਰ ਨੇ ਉਹਨਾਂ ਨੂੰ ਪਰਖ ਕਰਕੇ, ਉਹਦਾ ਨਿਰੀਖਣ ਕਰਕੇ ਕਿ ਉਹਦੇ ਵਿੱਚੋਂ ਜਿਹੜੀ ਚੀਜ਼ ਨਕਲੀ ਜਾਪਦੀ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਏ। ਬੇਸ਼ੱਕ ਭਾਈ ਗੁਰਦਾਸ ਜੀ ਦੀ ਡਿਊਟੀ ਲਗਾਈ ਗਈ ਸਾਰਾ ਕੁਝ ਕਰਨ ਵਾਸਤੇ, ਪਰ ਗੁਰੂ ਅਰਜਨ ਦੇਵ ਜੀ ਨੇ ਆਪ ਇਹ ਸਾਰੀ ਜਿਹੜੀ ਇਹ ਸਾਰਾ ਕੰਮ ਸੀ ਜਿਹੜਾ ਉਹਦੀ ਦੇਖ ਰੇਖ ਕੀਤੀ। ਇਸੇ ਕਰਕੇ ਹੀ ਤਕਰੀਬਨ 2.5 ਸਾਲ ਦਾ ਸਮਾਂ ਇਹ ਸਾਰੇ ਕਾਰਜ ਨੂੰ ਲੱਗਾ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ ਉਸ ਸਮੇਂ ਤੱਕ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ। 31ਵਾਂ ਇੱਕ ਰਾਗ ਜੈ ਜੈ ਬੰਤੀ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਰਤਿਆ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ। ਉਸ ਬਾਣੀ ਨੂੰ ਪਹਿਲਾਂ ਰਾਗਾਂ ਦੇ ਅਨੁਸਾਰ ਵੱਖਰਾ ਕਰ ਦਿਆ ਗਿਆ। ਵੱਖਰਾ ਕਰਨ ਤੋਂ ਬਾਅਦ ਉਹਨੂੰ ਅੰਦਾਜ਼ੇ ਦੇ ਮੁਤਾਬਕ ਵੱਖਰੀਆਂ ਵੱਖਰੀਆਂ ਪੋਥੀਆਂ ਬਣਾ ਲਈਆਂ ਗਈਆਂ, ਵੱਖਰੇ ਵੱਖਰੇ ਰਾਗ ਦੀਆਂ। ਉਹਨੂੰ ਜੁਝ ਕਿਹਾ। ਉਹਨਾਂ ਪੋਥੀਆਂ ਦੇ ਵਿੱਚ ਸ੍ਰੀ ਰਾਗ ਤੋਂ ਸ਼ੁਰੂ ਕਰਕੇ ਪਹਿਲਾਂ ਮੂਲ ਮੰਤਰ, ਜਪਜੀ, ਸੋਦਰ, 16 ਬਾਣੀਆਂ ਦਰਜ ਕੀਤੀਆਂ ਗਈਆਂ ਜਿਹੜੇ ਨਿਤਨੇਮ ਦੇ ਵਿੱਚ ਪ੍ਰਚਲਿਤ ਸੀ ਉਸ ਵੇਲੇ। ਉਸ ਤੋਂ ਬਾਅਦ ਸ੍ਰੀ ਰਾਗ ਤੋਂ ਵੱਖਰੇ ਵੱਖਰੇ ਰਾਗ ਦੀ ਜਿਹੜੀ ਬਾਣੀ ਹੈ ਉਹ ਉਹਨਾਂ ਪੋਥੀਆਂ ਦੇ ਵਿੱਚ ਲਿਖਣੀ ਸ਼ੁਰੂ ਕੀਤੀ। ਔਰ ਉਹ ਲਿਖੀ ਹੋਈ ਬਾਣੀ ਨੂੰ ਜਿਹੜੀ ਭਾਈ ਗੁਰਦਾਸ ਜੀ ਲਿਖਦੇ ਨੇ ਤੇ ਅਗਲੇ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਉਹਨੂੰ ਇਨਸਪੈਕਟ ਕਰਦੇ ਨੇ, ਉਹਦੀ ਇਨਸਪੈਕਸ਼ਨ ਕਰਦੇ ਨੇ, ਉਹਦਾ ਨਿਰੀਖਣ ਕਰਦੇ ਨੇ, ਤੇ ਉਹਦੇ ਵਿੱਚ ਜੇ ਕੋਈ ਗਲਤੀ ਹੈ ਤੇ ਉਹ ਕੱਢ ਦਿੰਦੇ ਨੇ। ਇਸ ਜਦੋਂ ਅਸੀਂ 12 ਵੇਖਦੇ ਹਾਂ, ਜਿਵੇਂ ਆਸਾ ਜੀ ਕੀ ਵਾਰ ਹੈ, ਉਹਦੇ ਅਖੀਰ ਦੇ ਉੱਤੇ ਇੱਕ ਸ਼ਬਦ ਲਿਖਿਆ ਹੋਇਆ ਸ਼ੁੱਧ, ਜਿਹਨੂੰ ਸੁਧ ਕਈ ਰਾਗੀ ਪੜ੍ਹਦੇ ਨੇ। ਇਸੇ ਤਰੀਕੇ ਨਾਲ ਕੁਝ ਜਗ੍ਹਾ ਦੇ ਉੱਤੇ ਸ਼ਬਦ ਵਰਤਿਆ ਹੋਇਆ ਸ਼ੁੱਧ ਕੀਚੈ, ਇਹਨੂੰ ਸ਼ੁੱਧ ਕਰੋ। ਉਹ ਇਹ ਸੀਗਾ ਕਿ ਜਦੋਂ ਉਹ ਭਾਈ ਗੁਰਦਾਸ ਜੀ ਲਿਖ ਦਿੰਦੇ ਸਨ ਤੇ ਗੁਰੂ ਸਾਹਿਬ ਉਹਨੂੰ ਚੈੱਕ ਕਰਕੇ ਹਾਸ਼ੀਏ ਦੇ ਵਿੱਚ ਨੋਟ ਦੇ ਦਿੰਦੇ ਸਨ ਕਿ ਇਹ ਠੀਕ ਹੈ, ਇਹਦੇ ਵਿੱਚ ਆਹ ਗਲਤੀ ਹੈ, ਇਹਨੂੰ ਕਰਨ ਦੀ ਲੋੜ ਹੈ, ਇਹਨੂੰ ਇਸ ਤਰੀਕੇ ਦੇ ਨਾਲ ਇਹਦਾ ਜਿਹੜੀ ਸੁਧਾਈ ਹੈ ਉਹ ਕਰ ਦਿੱਤੀ ਜਾਏ। ਤੇ 2.5 ਸਾਲ ਲਗਾ ਕੇ ਉਹ ਸਾਰੀ ਬਾਣੀ ਨੂੰ ਪਰਖ ਕੇ, ਰਾਗਾਂ ਦੇ ਵਿੱਚ ਵੰਡ ਕੇ, ਔਰ ਜਿਹੜੀ ਬਾਣੀ ਦੀ ਤਰਤੀਬ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਹਿਲਾ ਦੇ ਸਰਲੇਖ ਹੇਠ ਸ਼ਬਦ, ਫਿਰ ਗੁਰੂ ਅੰਗਦ ਸਾਹਿਬ ਦੇ ਸਿਰਫ ਸ਼ਲੋਕ ਨੇ, ਫਿਰ ਗੁਰੂ ਅਮਰਦਾਸ ਜੀ ਦੇ ਸ਼ਬਦ, ਫਿਰ ਗੁਰੂ ਰਾਮਦਾਸ ਜੀ ਦੇ, ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਬਦ। ਉਸ ਤੋਂ ਬਾਅਦ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਛੰਦ, 12 ਲੰਮੀਆਂ ਬਾਣੀਆਂ, ਤੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ, ਕਬੀਰ ਜੀ ਦੀ, ਰਵਿਦਾਸ ਜੀ ਦੀ, ਨਾਮਦੇਵ ਜੀ ਦੀ। ਉਹ ਉਹਨਾਂ ਰਾਗਾਂ ਦੇ ਵਿੱਚ ਉਸੇ ਤਰਤੀਬ ਦੇ ਵਿੱਚ ਦਰਜ ਕੀਤੀ ਜਾਂਦੀ ਰਹੀ। ਤੇ ਉਹ ਜਿਹੜੀਆਂ ਬਾਣੀਆਂ ਸਨ ਸਾਰੀਆਂ, ਉਹ ਟੋਟਲ 974 ਪੱਕੇ ਪੱਤਰੇ ਬਣੇ। ਪੱਕੇ ਪੱਤਰੇ ਦਾ ਮਤਲਬ ਹੈ ਇੱਕ ਪੂਰਾ ਕਾਗਜ਼ ਜਿਹਦੇ ਦੋਹੀਂ ਪਾਸੇ ਲਿਖਿਆ ਹੋਵੇ, ਉਹਨੂੰ ਪੱਕੇ ਪੱਤਰੇ ਕਿਹਾ ਜਾਂਦਾ। ਪੂਰੇ ਅੰਗ ਜਿਹਨੂੰ ਅਸੀਂ ਕਹਿੰਦੇ ਹਾਂ, ਪੂਰਾ ਅੰਗ ਜਿਹਦੇ ਦੋਹੀਂ ਪਾਸੇ ਲਿਖਿਆ ਸੀ। 974 ਅੰਗ ਜਿਹੜੇ ਸੀ ਉਹਦੇ ਬਣੇ। ਫਿਰ ਉਹਦੇ ਵਿੱਚੋਂ ਜਿਹੜੀਆਂ ਪੋਥੀਆਂ ਬਣਾਈਆਂ ਗਈਆਂ ਸੀ, ਉਹਨਾਂ ਦੇ ਅਖੀਰ ਦੇ ਵਿੱਚ ਕੁਝ ਸਫ਼ੇ ਜਿਹੜੇ ਸਨ ਉਹ ਖਾਲੀ ਵੀ ਰਹਿ ਗਏ ਸਨ। ਜਦੋਂ ਜਲਦਬੰਦੀ ਕੀਤੀ ਗਈ ਤੇ ਉਦੋਂ ਉਹਦੀ ਐਡਜਸਟਮੈਂਟ ਜਿਹੜੀ ਹੈ ਉਹ ਕੀਤੀ ਗਈ। ਇਸ ਗ੍ਰੰਥ ਆਦਿ ਬੀੜ ਦੀ ਸੰਪਾਦਨਾ ਦੇ ਵਿੱਚ ਦੋ ਵੱਡੀਆਂ ਜ਼ਰੂਰਤਾਂ ਸਨ। ਇੱਕ ਤੇ ਕਿ ਗੁਰੂ ਨਾਨਕ ਦੇ ਨਾਮ ਵਰਤ ਕੇ ਨਕਲੀ ਲੋਕ ਜਿਹੜੀ ਆਪਣੀ ਕੱਚੀ ਕਵਿਤਾ ਬਾਣੀ ਦੇ ਰੂਪ ਕਰਕੇ ਲੋਕਾਂ 'ਚ ਪ੍ਰਚਲਿਤ ਕਰ ਰਹੇ ਸੀ, ਉਹਨੂੰ ਰੋਕਣਾ। ਦੂਸਰਾ, ਲੋਕਾਂ ਦੀ ਆਪਣੀ ਸਮਝ ਆ ਸਕਣ ਵਾਲੀ ਬੋਲੀ ਦੇ ਵਿੱਚ ਉਸ ਅਕਾਲ ਪੁਰਖ ਦਾ ਗਿਆਨ, ਜਿਹਦੇ ਵਿੱਚ ਜ਼ਿੰਦਗੀ ਜਿਉਣ ਦਾ ਜਿਹੜਾ ਸੱਚ ਹੈ, ਉਹ ਦਰਸਾਇਆ ਗਿਆ ਸੀ, ਤਾਂ ਕਿ ਸਿੱਖ ਪੁਜਾਰੀ ਦੇ ਅਧੀਨ ਨਾ ਰਹਿਣ, ਪੁਜਾਰੀ ਤੇ ਡਿਪੈਂਡ ਨਾ ਕਰਨ, ਉਹ ਖੁਦ ਬਾਣੀ ਪੜ੍ਹ ਸਕਣ, ਆਪ ਦੇਖ ਸਕਣ ਗੁਰੂ ਸਾਹਿਬ ਦਾ, ਅਕਾਲ ਪੁਰਖ ਦਾ ਸਾਡੇ ਪ੍ਰਤੀ ਕੀ ਹੁਕਮ ਹੈ, ਤੇ ਉਹਦੇ ਨਾਲ ਉਹ ਜੁੜ ਸਕਣ। ਇਹਨਾਂ ਕਾਰਨਾਂ ਕਰਕੇ ਇਹ ਜਿਹੜੀ ਸੀ ਸਾਰੀ ਇਹ ਤਿਆਰ ਕਰਵਾਈ ਗਈ, ਜਿਹੜੀ ਭਾਦੋਂ ਸੂਦੀ ਪਹਿਲੀ 1604 ਈਸਵੀ ਨੂੰ ਤਿਆਰ ਹੋਈ। ਤਿਆਰ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਚੁਕਵਾ ਕੇ ਗੁਰੂ ਅਰਜਨ ਸਾਹਿਬ ਜੀ ਨੇ ਆਪ ਚੌਰ ਕੀਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ। ਪਹਿਲੀ ਵਿਸਾਖ ਸੂਦੀ ਭਾਦੋਂ ਸੂਦੀ ਪਹਿਲੀ 1604 ਈਸਵੀ ਨੂੰ। ਅੱਜ ਬਿਕਰਮੀ ਕੈਲੰਡਰ ਦੇ ਮੁਤਾਬਕ ਉਹ ਦਿਨ ਅੱਜ ਹੈ।
ਪਰ ਪੁਰਾਣੇ 2003 ਦੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਦਿਨ 1 ਸਤੰਬਰ ਨੂੰ ਆ ਜਿਹੜਾ ਦਿਨ ਨਿਯਤ ਕੀਤਾ ਸੀ। ਸਾਡਾ ਇੱਥੇ ਮਕਸਦ ਇਹ ਫੈਸਲਾ ਦੇਣਾ ਨਹੀਂ ਕਿ ਇਹ ਦਿਨ ਕਦੋਂ ਆ। ਸਾਡਾ ਮਕਸਦ ਇਹ ਹੈ ਕਿ ਇਸ ਦਿਨ ਦੇ ਨਾਲ ਜਿਹੜੀ ਸਿਧਾਂਤ ਜੁੜਿਆ ਹੋਇਆ, ਕਿ ਫਿਲਾਸਫੀ ਜੁੜੀ ਹੋਈ ਹੈ, ਗੁਰੂ ਸਾਹਿਬ ਦੀ ਸਿੱਖਿਆ ਜੁੜੀ ਹੋਈ ਹੈ, ਉਹਦੇ ਨਾਲ ਆਪਣੇ ਦਰਸ਼ਕਾਂ ਦੀ ਸਾਂਝ ਪਾਉਣੀ। ਹਾਂਜੀ, ਭਾਈ ਸਾਹਿਬ ਨੇ ਬੜੀ ਵਿਸਥਾਰ ਨਾਲ ਦੱਸ ਦਿੱਤਾ ਹੈ ਕਿ ਬਾਣੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਉਂ ਇਹ ਬੀੜ ਤਿਆਰ ਕਰਨੀ ਪਈ, ਕਿਉਂਕਿ ਪਿਰਥੀਆ ਜਾਂ ਹੋਰ ਗੁਰੂ ਘਰ ਦੇ ਦੋਖੀ ਬਾਣੀ ਉਚਾਰਨ ਲੱਗ ਪਏ ਸਨ, ਅਤੇ ਜਿਹੜੀ ਉਹ ਬਾਣੀ ਉਚਾਰਦੇ ਸਨ ਉਹਦੇ ਵਿੱਚ ਤਾਂ ਅਸਲ ਬਾਣੀ ਦੇ ਵਿੱਚ, ਕਵਿਤਾ ਦੇ ਵਿੱਚ ਬਹੁਤ ਘੱਟ ਫਰਕ ਸੀ। ਹੁਣ ਦੋਹਰਾ ਆਉਂਦਾ ਹੈ, ਜਿਹੜੇ ਅਸੀਂ ਸਾਰੇ ਪੜ੍ਹਦੇ ਹਾਂ, ਇਹ ਪਤਾ ਨਹੀਂ ਵੀ ਕਿੱਥੇ ਆ। ਭਾਨ ਭਾਂਗ ਧਤੂਰਾ ਸੁਰਾ ਪਾਨ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ। ਇਹ ਬਾਣੀ ਨਹੀਂ, ਕੱਚੀ ਬਾਣੀ ਹੈ, ਅਸੀਂ ਦੱਬੀ ਜਾਂਦੇ। ਮਿਹਰਬਾਨੀ ਉਚਾਰਨ ਕੀਤੀ ਹੋਈ ਹੈ। ਇਹ ਬਾਣੀ ਜਿਸ ਤਰ੍ਹਾਂ ਕਿ ਬ੍ਰਹਮ ਗਿਆਨੀ ਇੱਕ ਨੇ ਕਹੀ, ਦੂਜੇ ਨੇ ਮਾਨੀ, ਕਹੋ ਨਾਨਕ ਦੋਨੋਂ ਬ੍ਰਹਮ ਗਿਆਨੀ। ਇਹ ਡੈਫੀਨੇਸ਼ਨ ਹੈ ਬ੍ਰਹਮ ਗਿਆਨੀ ਦੀ, ਪ੍ਰਥੀਨ ਦੱਸੀ। ਹੁਣ ਇੱਕ ਕਹੇ ਤੂੰ ਆ ਫਲਾਣੇ ਦੇ ਸਿਰ ਤੇ ਡਾਂਗ ਮਾਰ, ਉਹ ਮਾਰ ਦੇ, ਇਹ ਬ੍ਰਹਮ ਗਿਆਨ ਕੀ ਹੋਇਆ? ਬ੍ਰਹਮ ਗਿਆਨੀ ਦੀ ਅਵਸਥਾ ਨਿਸ਼ਾਨੀ ਪੁੱਛਣੀ ਹੋਵੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛੋ। ਮਨ ਸਾਚਾ ਮੁਖ ਸਾਚਾ ਸੋਏ, ਅਵਨਾ ਪੇਖਾ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 3 ਸਾਲ 1601 ਤੋਂ 1604 2.5-3 ਸਾਲ ਲਾ ਕੇ ਇਹ ਪਵਿੱਤਰ ਬਾਣੀ ਸਾਰੀ ਇਕੱਤਰ ਕੀਤੀ, ਜਿਹਦਾ ਅੱਜ ਦੇ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਨਾ ਹੈ। ਅਤੇ ਇਸ ਤੋਂ ਬਾਅਦ ਜੋ ਸਥਾਪਨਾ ਕੀਤੀ ਹੈ, ਬਾਬਾ ਬੁੱਢਾ ਜੀ ਨੂੰ ਪਹਿਲਾ ਹੈੱਡ ਗ੍ਰੰਥੀ ਬਣਾਇਆ। ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਬਣਾ ਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਬਾਬਾ ਜੀ ਖੋਲੋ ਗ੍ਰੰਥ, ਬਾਬਾ ਬੁੱਢਾ ਜੀ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ। ਹੁਕਮਨਾਮਾ ਲਓ, ਤੇ ਹੁਕਮਨਾਮਾ ਕੀ ਆਇਆ ਸੀ? ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ। ਉਹ ਦਿਨ ਹੈ ਅੱਜ ਦਾ ਦਿਨ। ਅਤੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਇਹ ਦੱਸੋ ਕਿ ਬਾਣੀ ਭਗਤਾਂ ਦੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ। ਕੋਈ ਭਗਤ ਉਹ ਵੀ ਸੀ ਜਿਹੜੇ ਬਾਣੀ ਲੈ ਕੇ ਆਏ ਸਨ ਤੇ ਉਹਨਾਂ ਦੀ ਬਾਣੀ ਰੱਦ ਕਰ ਦਿੱਤੀ ਗਈ ਸੀ। ਹਾਂਜੀ, ਇਸ ਕਸਵੱਟੀ ਤੇ ਰੱਖ ਕੇ ਕਿਉਂ? ਡਾਕਟਰ ਸਾਹਿਬ ਇਹ ਮੈਂ ਇਸ ਗੱਲ ਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ, ਉਸ ਤੋਂ ਬਾਅਦ ਯਾਦ ਰੱਖਿਓ ਅਸੀਂ ਇਸ ਬੀਟ ਦਾ ਜਿਹੜਾ ਪਹਿਲਾ ਉਤਾਰਾ ਸੀ ਜਿਹੜਾ ਹੋਇਆ, ਆਪਾਂ ਉਹਦੀ ਗੱਲ ਵੀ ਕਰਨੀ, ਕਿਤੇ ਭੁੱਲ ਨਾ ਜਾਈਏ ਆਪਾਂ। ਜਦੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ, ਭਈ ਇਹਦੇ ਵਿੱਚ ਕਮੀ ਕਮੀਨਾ ਦੀ ਬਾਣੀ ਇਕੱਠੀ ਕੀ, ਕਵਿਤਾ ਇਕੱਠੀ ਕੀਤੀ ਹੋਈ ਹੈ ਤੇ ਧਾਰਮਿਕ ਸੰਸਾਰ ਦੇ ਵਿੱਚ ਇਹ ਪ੍ਰਵਾਨ ਨਹੀਂ। ਹਰ ਥਾਂ ਦੇ ਉੱਤੇ ਆਪਣਾ ਜ਼ੋਰ ਲਾ ਕੇ ਵੇਖ ਲਿਆ। ਅਕਬਰ ਦੇ ਕੋਲ ਇੱਕ ਤੋਂ ਵੱਧ ਵਾਰੀ ਸ਼ਿਕਾਇਤਾਂ ਕੀਤੀਆਂ, ਉੱਦਾਂ ਸਮਾਜਿਕ ਤੌਰ ਤੇ ਬਾਈਕਾਟ ਕਰਨ ਦੀਆਂ ਗੱਲਾਂ ਕੀਤੀਆਂ। ਬ੍ਰਾਹਮਣ ਵੱਲੋਂ ਵੱਧ ਤੋਂ ਵੱਧ ਵਿਰੋਧ ਕਰਵਾਇਆ ਗਿਆ ਜਿੰਨਾ ਉਹਦੇ ਕੋਲੋਂ ਹੋ ਸਕਦਾ ਸੀ। ਤੇ ਬ੍ਰਾਹਮਣ ਦਾ ਜਿਹੜਾ ਵਿਰੋਧ ਸੀ, ਅਕਬਰ ਦਾ ਜਿਹੜਾ ਇੱਕ ਰਤਨ ਸੀ, ਦਰਬਾਰੀ ਸੀ ਵੀਰਬਲ, ਉਹਦੇ ਰਾਹੀਂ ਕਰਵਾਇਆ ਜਾਂਦਾ ਰਿਹਾ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਇਸ ਵਿਰੋਧ ਦਾ ਕੋਈ ਅਸਰ ਨਹੀਂ ਹੋਇਆ, ਅਕਬਰ ਤੇ ਦਰਅਸਲ ਵਿਰੋਧ ਕਰਨ ਦੀ ਬਜਾਏ, ਇਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਇਹਨਾਂ ਦਾ ਮੁਰੀਦ ਬਣ ਕੇ ਬੈਠ ਗਿਆ। ਫਿਰ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਸੋਚਿਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਬਹੁਤ ਸਤਿਕਾਰ ਵਾਲੀ ਚੀਜ਼ ਬਣਨ ਲੱਗੀ ਹੈ। ਜਿਹਦੀ ਰਚਨਾ ਇਹਦੇ ਵਿੱਚ ਆ ਜਾਣੀ ਹੈ, ਉਹਨੇ ਹਮੇਸ਼ਾ ਵਾਸਤੇ ਅਮਰ ਹੋ ਜਾਣਾ ਹੈ। ਅੱਜ ਵੀ ਜਿਹੜੇ ਦੁਨਿਆਵੀ ਕਵੀ ਫਿਰਦੇ ਨੇ ਸਾਡੇ ਆਸ-ਪਾਸ ਬਹੁਤ ਸਾਰੇ, ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਜੇ ਕਿਸੇ ਬਹੁਤ ਵੱਡੇ ਰਾਈਟਰ ਦੀ ਕਵਿਤਾ ਦੀ ਕਿਤਾਬ ਛਪਣ ਲੱਗੇ ਤੇ ਉਹ ਕਹਿੰਦੇ ਸਾਡੀਆਂ ਵੀ 2 ਕਵਿਤਾਵਾਂ ਵਿੱਚ ਸ਼ਾਮਲ ਹੋ ਜਾਣ ਤੇ ਇਹਨਾਂ ਦੇ ਨਾਲ ਸਾਡਾ ਵੀ ਨਾਂ ਹੋ ਜਾਏ। ਇਸੇ ਬਿਰਤੀ ਦੇ ਨਾਲ ਕੁਝ ਭਗਤ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਵਿੱਚ ਆਏ, ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ ਵਰਗੇ, ਭਈ ਇਹਦੇ ਵਿੱਚ ਸਾਡੀ ਰਚਨਾ ਵੀ ਦਰਜ ਕਰੋ।
ਅਸੀਂ ਵੀ ਬਾਣੀ ਉਚਾਰਨ ਕੀਤੀ ਹੈ। ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਨਹੀਂ, ਭਗਤਾਂ ਦੀ ਬਾਣੀ ਤੇ ਆਲਰੇਡੀ ਸਾਡੇ ਆਦਿ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਖ ਕੇ ਸਾਨੂੰ ਦੇ ਗਏ ਨੇ। ਪਰ ਜਦੋਂ ਉਹਨਾਂ ਨੇ ਜਿੱਦ ਕੀਤੀ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਆ, ਫਿਰ ਜੇ ਤੁਸੀਂ ਆਏ ਹੋ ਤਾਂ ਦੱਸੋ ਤੁਸੀਂ ਕੀ ਲਿਖਿਆ, ਕੀ ਲਿਖ ਕੇ ਲਿਆਏ ਹੋ। ਉਹਨਾਂ ਜਦੋਂ ਆਪਣੀ ਕਵਿਤਾ ਪੜ੍ਹ ਕੇ ਸੁਣਾਈ ਤੇ ਗੁਰੂ ਅਰਜਨ ਸਾਹਿਬ ਨੇ ਉਹ ਰਿਜੈਕਟ ਕਰ ਦਿੱਤੀ ਕਿ ਨਹੀਂ, ਇਹ ਗੁਰਮਤਿ ਦੇ ਮਾਰਗ ਤੇ ਪੂਰੀ ਨਹੀਂ ਉਤਰਦੀ, ਇਹਨੂੰ ਇਸ ਬ੍ਰਹਮ ਦੇ ਗਿਆਨ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਇਹਦੇ ਵਿੱਚ ਦਰਜ ਨਹੀਂ ਕੀਤਾ ਜਾ ਸਕਦਾ। ਪਹਿਲਾਂ ਉਹਨਾਂ ਬੇਨਤੀ ਕੀਤੀ, ਫਿਰ ਉਸ ਤੋਂ ਬਾਅਦ ਜਿਵੇਂ ਹੁੰਦਾ ਹੈ ਵੀ ਤੁਸੀਂ ਕਿਵੇਂ ਨਹੀਂ, ਤੁਸੀਂ ਸਾਡੀ ਬਾਣੀ ਕਿੱਦਾਂ ਜਵਾਬ ਦੇ ਸਕਦੇ ਹੋ। ਉਹਨਾਂ ਵਿੱਚੋਂ ਇੱਕ ਦੋ ਤਾਂ ਸ਼ਾਹੀ ਕਵੀ ਸਨ। ਚੰਦੂ ਦਾ ਇੱਕ ਰਿਸ਼ਤੇਦਾਰ ਸੀ ਜਿਹਦੇ ਰਾਹੀਂ ਮਤਲਬ ਸਰਕਾਰੀ ਦਰਬਾਰੇ ਚੰਗਾ ਉਹਨਾਂ ਦਾ ਹੱਥ ਪੈਂਦਾ ਸੀ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਜੇ ਸਾਡੀ ਬਾਣੀ ਤੁਸੀਂ ਇਹਦੇ ਵਿੱਚ ਦਰਜ ਨਹੀਂ ਨਾ ਕਰਨੀ ਤੇ ਤੁਹਾਨੂੰ ਇਹਦੇ ਲਈ ਵੱਡੀ ਕੀਮਤ ਦੇਣੀ ਪਏਗੀ। ਤੇ ਉਹਨਾਂ ਨੇ ਜਦੋਂ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੀ ਕੋਈ ਵੀ ਗੱਲ ਨਾ ਮੰਨੀ, ਉਹਨਾਂ ਦੀ ਜਿਹੜੀ ਰਚਨਾ ਸੀ, ਉਹਨਾਂ ਦੀ ਜਿਹੜੀ ਕਵਿਤਾ ਸੀ, ਉਹ ਗੁਰੂ ਗ੍ਰੰਥ ਸਾਹਿਬ ਆਦਿ ਬੀੜ ਦੇ ਵਿੱਚ ਦਰਜ ਨਾ ਕੀਤੀ ਤੇ ਉਹਨਾਂ ਲੋਕਾਂ ਨੇ ਬਹੁਤ ਗੁੱਸੇ ਦੇ ਨਾਲ ਉੱਥੋਂ ਗਏ ਚੰਗਾ ਮੰਦਾ ਬੋਲਦੇ। ਤੇ ਜਿਸ ਵੇਲੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਅਕਬਰ ਤੋਂ ਬਾਅਦ ਜਹਾਂਗੀਰ ਦੇ ਕੋਲ ਸ਼ਿਕਾਇਤਾਂ ਹੋਈਆਂ ਗੁਰੂ ਘਰ ਦੇ ਖਿਲਾਫ, ਤੇ ਇਹਨਾਂ ਲੋਕਾਂ ਨੇ ਵੀ ਆਪਣਾ ਪਾਰਟ ਪਲੇ ਕੀਤਾ ਸੀਗਾ ਉਹਨਾਂ ਦੇ ਹਕੂਮਤ ਦੇ ਕੰਨ ਭਰਨ ਦੇ ਲਈ ਕਿ ਇਹ ਜਿਹੜੀ ਜਗ੍ਹਾ ਨਾ ਇਹ ਤਾਂ ਹੈ ਹੀ ਬੜੀ ਮਾੜੀ, ਇਹ ਤਾਂ ਹਿੰਦੂਆਂ ਨੂੰ ਵੀ ਨਹੀਂ ਬਖਸ਼ਦੇ, ਮੁਸਲਮਾਨਾਂ ਨੂੰ ਨਹੀਂ ਬਖਸ਼ਦੇ, ਹਰੇਕ ਦੇ ਖਿਲਾਫ ਲਿਖੀ ਜਾਂਦੇ ਹੈ। ਤੇ ਇਹਨਾਂ ਨੇ ਵੀ ਹਕੂਮਤ ਦੇ ਕੰਨ ਭਰਨ ਦੇ ਲਈ ਤੇ ਜਾਂ ਆਪਣਾ ਅਸਰ ਰਸੂਖ ਵਰਤ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸਰੀਰਕ ਤੌਰ ਤੇ ਸਜ਼ਾ ਦਿਵਾਉਣ ਦੇ ਲਈ ਆਪਣਾ ਵੱਡਾ ਪਾਰਟ ਪਲੇ ਕੀਤਾ ਸੀ। ਜੀ ਇਹ ਸਨ ਜਿਹੜੇ ਕੁਝ ਭਗਤ ਆਏ ਨੇ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ, ਪਰ ਉਹਨਾਂ ਦੀ ਬਾਣੀ ਕਸਵੱਟੀ ਤੇ ਨਹੀਂ, ਗੁਰਬਾਣੀ ਦੀ ਕਸਵੱਟੀ ਤੇ ਨਹੀਂ ਲੱਗੀ। ਉਹਨਾਂ ਵਿੱਚੋਂ ਹਉਮੈ ਦੀ, ਮੈਂ ਦੀ ਬੋ ਆਉਂਦੀ ਸੀ। ਪਰ ਇਹ ਤਾਂ ਬ੍ਰਹਮ ਗਿਆਨ ਹੈ, ਧੁਰ ਤੋਂ ਆਈ ਹੈ, ਅਕਾਲੀ ਬਾਣੀ ਉਸ ਵਾਹਿਗੁਰੂ ਦਾ। ਅਤੇ ਇਸ ਤੋਂ ਅਗਾਂਹ ਭਾਈ ਸਾਹਿਬ ਨਾਲ ਹੀ ਗੱਲ ਇਹ ਕਲੀਅਰ ਕਰ ਦਈਏ, ਇੱਕ ਤੇ ਸਾਨੂੰ ਦੱਸੋ ਗੁਰਬਾਣੀ ਉਹ ਆਦਿ ਗ੍ਰੰਥ ਹੈ ਜਾਂ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਕੋਈ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਪੈਰਾਮੀਟਰ ਰੱਖੇ ਨੇ ਕਿ ਇਹਦੇ ਵਿੱਚ ਕੋਈ ਸ਼ਬਦ ਬਾਅਦ ਕਰ ਨਹੀਂ ਪਾ ਸਕਦਾ? ਉਹ ਗਿਣਤੀ ਇਹ ਉਸ ਵੇਲੇ ਪੰਜਵੇਂ ਪਾਤਸ਼ਾਹ ਤੱਕ ਤੇ ਜਿਹੜੇ ਭਗਤ ਨੇ ਉਹਨਾਂ ਦੀ ਜਿਹੜੀ ਹੈ ਉਹ ਸਾਰੀ ਇਹਦੇ ਵਿੱਚ ਸੰਪਾਦਨਾ ਕਰਕੇ ਦਰਜ ਕੀਤੀ ਸੀ ਤੇ ਇਹਨੂੰ ਆਦਿ ਗ੍ਰੰਥ ਦਾ ਨਾਂ ਦਿੱਤਾ ਗਿਆ ਹੈ। ਉਸ ਵੇਲੇ ਤੱਕ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਆਪ ਸਰੀਰ ਦੇ ਵਿੱਚ ਹਾਜ਼ਰ ਸਨ ਤੇ ਸਿੱਖਾਂ ਦੀ ਜੋਤ ਤੇ ਜੁਗਤ ਰੂਪ ਦੇ ਵਿੱਚ ਅਗਵਾਈ ਕਰਦੇ ਸਨ। ਇਸ ਗ੍ਰੰਥ ਦਾ ਸਤਿਕਾਰ ਗੁਰੂ ਸ਼ਬਦ ਦੇ ਰੂਪ ਦੇ ਵਿੱਚ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਕਹਿ ਦਿੱਤਾ ਸੀ ਸ਼ਬਦ ਗੁਰੂ ਸੋ ਤੋਂ ਤੁਹਾਨੂੰ ਚੇਲਾ, ਇਸੇ ਤਰ੍ਹਾਂ ਹੀ ਸ਼ਬਦ ਦੀ ਅਗਵਾਈ ਲਈ ਜਾਂਦੀ ਸੀ। ਪਰ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਉਸ ਵੇਲੇ ਪ੍ਰਾਪਤ ਨਹੀਂ ਸੀ। ਗੁਰੂ ਦੀ ਪਦਵੀ 1704 ਨੂੰ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜੰਗਾਂ ਯੁੱਧਾਂ ਕਰਨ ਤੋਂ ਬਾਅਦ ਸਾਬੋ ਕੀ ਤਲਵੰਡੀ ਪਹੁੰਚੇ ਨੇ ਤੇ ਉੱਥੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਰਾਹੀਂ ਉਹ ਦੁਆਰਾ ਉਸ ਬੀੜ ਦੀ ਕੰਪਲੀਸ਼ਨ ਜਿਹੜੀ ਹੈ ਉਹ ਕਰਵਾਈ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਬਾਣੀ ਸੀ ਉਹ ਦਰਜ ਕਰਵਾਈ। ਤੇ ਉਹ ਜਿਹੜੀ ਬੀੜ ਸੀ ਅੱਜ ਵੀ ਕਈ ਸਾਡੇ ਦਰਸ਼ਕਾਂ ਦੇ ਧਿਆਨ 'ਚ ਹੋਏਗਾ, ਉਹਨੂੰ ਦਮਦਮੀ ਬੀੜ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਦਮਦਮੀ ਬੀੜ ਦਾ ਮਤਲਬ ਹੈ ਜਿਹੜੀ ਬੀੜ ਦਮਦਮਾ ਸਾਹਿਬ ਤਿਆਰ ਕੀਤੀ ਗਈ। ਉਹੀ ਬੀੜ ਜਿਹੜੀ ਸੀ 1708 ਨੂੰ ਹਜੂਰ ਸਾਹਿਬ ਨੰਦੇੜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਉਸ ਗ੍ਰੰਥ ਨੂੰ, ਦਮਦਮੀ ਵਾਲੀ ਬੀੜ ਦੇ ਗ੍ਰੰਥ ਨੂੰ ਗੁਰਗੱਦੀ ਦੇ ਕੇ ਇਹ ਬਚਨ ਕਰਦੇ ਨੇ ਪੰਥ ਪ੍ਰਕਾਸ਼ ਦੇ ਮੁਤਾਬਕ, ਅਕਾਲ ਪੁਰਖ ਕੇ ਹੁਕਮ ਤੇ ਪ੍ਰਗਟ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ, ਗੁਰੂ ਪੰਥ ਜੀ ਮਾਨੀਏ ਪ੍ਰਗਟ ਗੁਰੂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਇਨੀ ਮੇ ਲੈ। ਪੰਥ ਤੇ ਗ੍ਰੰਥ ਦੇ ਵਿੱਚ ਇਹ ਪੰਥ ਪ੍ਰਕਾਸ਼ ਦੇ ਵਿੱਚ ਦਰਜ ਸ਼ਬਦ ਮਿਲਦਾ ਹੈ। ਉਹ 1704 ਨੂੰ ਜਿਹੜੀ ਤਿਆਰ ਕੀਤੀ ਬੀੜ ਦਮਦਮਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਨੇ ਲਿਖੀ ਸੀ, ਉਹਨੂੰ ਗੁਰਗੱਦੀ ਦਿੱਤੀ ਗਈ। ਤੇ ਉਦੋਂ ਤੱਕ ਗੁਰੂ ਸਾਹਿਬ ਆਪ ਸਰੀਰਾਂ ਦੇ ਵਿੱਚ ਹਾਜ਼ਰ ਸਨ,
ਮੌਜੂਦ ਸਨ, ਉਹ ਸਿੱਖਾਂ ਦੀ ਅਗਵਾਈ ਆਪ ਕਰਦੇ ਸਨ। ਇਹਦਾ ਇਹ ਫਰਕ ਹੈ, ਇਹ ਪਹਿਲਾ ਆਦਿ ਗ੍ਰੰਥ ਹੈ। ਅੱਜ ਬਹੁਤ ਸਾਰੇ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੇ ਨਾਂ ਦੇ ਨਾਲ ਇਹਨੂੰ ਯਾਦ ਕਰਦੇ ਨੇ। ਠੀਕ ਹੈ, ਸਾਡੀ ਸ਼ਰਧਾ ਹੈ, ਸਾਡਾ ਸਤਿਕਾਰ ਹੈ, ਪਰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ, ਅੱਜ ਜਿਹੜਾ ਦਿਨ ਹੈ ਇਹ ਉਸ 1604 ਨੂੰ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਜਿਹੜਾ ਸੀ ਉਹਦੀ ਯਾਦ ਵਿੱਚ ਇਹ ਦਿਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਲੈਰੀਫਿਕੇਸ਼ਨ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਭਾਵ ਸੀ ਕਿ ਗੁਰੂ ਸਾਹਿਬ ਨੇ ਜਿਹੜੀ ਬਾਣੀ ਉਚਾਰੀ ਹੈ ਰਾਗਾਂ ਵਿੱਚ ਤੇ ਵੱਖ-ਵੱਖ ਰਾਗਾਂ ਦੇ ਵਿੱਚ, ਉਹਨਾਂ ਦੇ ਅਖੀਰ ਦੇ ਉੱਤੇ ਜੋ ਗਿਣਤੀ ਮਿਣਤੀ ਕੀਤੀ ਹੈ, ਹਾਂ, ਉਹ ਜਿਹੜੇ ਅੰਗ ਨੇ, ਉਹ ਜਿਹੜੇ ਅੰਗ ਆ ਨਾ ਉਹਨਾਂ ਦਾ ਕੀ, ਕਿਉਂਕਿ ਅਸੀਂ ਬਾਣੀ ਦਾ ਪਾਠ ਕਰਨਾ, ਅਸੀਂ ਅੰਗ ਤਾਂ ਦੇਖਦੇ ਨਹੀਂ, ਬਹੁਤਿਆਂ ਨੂੰ ਪਾਠ ਜਿਹੜੇ ਕਰਦੇ ਵੀ ਨਹੀਂ, ਉਹਨਾਂ ਨੂੰ ਵੀ ਕੋਈ ਉਹਨਾਂ ਦੀ ਲੈ ਦੇ ਨਹੀਂ ਹੁੰਦੀ, ਕਿੰਨੇ ਅੰਗ ਹੋ ਗਏ, ਆਹ ਹੋ ਗਏ, ਆਹ ਹੋ ਗਏ। ਜੋ ਪਿੱਛੇ ਲਿਖਿਆ ਹੈ ਉਹ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਜੇ ਸ੍ਰੀ ਰਾਗ ਚੱਲਿਆ ਹੈ ਤੇ ਉਹਦਾ ਕਿੱਦਾਂ ਗਿਣਤੀ ਮਿਣਤੀ ਕੀਤੀ ਜਾਂਦੀ ਹੈ ਸ਼ਲੋਕਾਂ ਦੇ ਵਿੱਚ, ਅਸ਼ਟਪਦੀਆਂ ਵਿੱਚ, ਤੇ ਅਖੀਰ ਦੇ ਉੱਤੇ ਸਾਰੀ ਕੀ ਹੈ, ਸਾਰੇ ਉਸ ਰਾਗ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦੇ 5ਵੇਂ ਪਾਤਸ਼ਾਹ ਇੰਨੇ ਸ਼ਬਦ ਨੇ, 9ਵੇਂ ਪਾਤਸ਼ਾਹ ਇੰਨੇ ਨੇ, ਪਹਿਲੇ ਦੇ ਨੇ, ਇਹੋ ਜਿਹਾ ਜਿਹੜਾ ਹੈ ਨਾ ਉਹਦੇ ਉੱਤੇ ਥੋੜਾ ਜਿਹਾ ਚਾਨਣ ਪਾਓ। ਹਾਂਜੀ, ਹਰ ਸ਼ਬਦ ਦੇ ਪਿੱਛੇ ਅੰਗ ਲੱਗਾ, ਇੱਕ ਅੰਕ ਲੱਗਾ ਹੋਇਆ ਹੈ। ਹਾਂ, ਜੇ ਸ਼ਬਦ ਦੇ 4 ਬੰਦ ਨੇ ਤੇ 4 ਬੰਦਾਂ ਦੇ ਅਖੀਰ ਦੇ ਉੱਤੇ ਇਹ ਮਤਲਬ ਨੰਬਰ ਲੱਗਾ ਹੋਇਆ 1 2 3 4, ਤੇ ਅਖੀਰ ਤੇ ਅੰਕ ਆਉਂਦਾ 4। ਫਿਰ ਉਹ ਜਿਹੜਾ ਸ਼ਬਦ ਹੈ, ਜੇ ਉਸ ਰਾਗ ਦਾ ਉਸ ਸਿਰਲੇਖ ਦਾ ਪਹਿਲਾ ਸ਼ਬਦ ਹੈ, 4 ਤੋਂ ਬਾਅਦ ਨੰਬਰ ਆਏਗਾ 1, 4 1। ਉਸ ਤੋਂ ਬਾਅਦ ਅਗਲਾ ਸ਼ਬਦ ਜਿਹੜਾ 4 ਬੰਦਾਂ ਦਾ ਹੈ, 4 ਪਦਿਆਂ ਦਾ ਸ਼ਬਦ ਹੈ, ਉਹਦੇ ਨੰਬਰ ਫਿਰ ਸ਼ੁਰੂ ਹੋਣਗੇ 1 2 3 4, ਤੇ ਉਹਦੇ ਅਖੀਰ ਤੇ ਨੰਬਰ ਆਏਗਾ 4, 2 ਲਾਈਨਾਂ, 2 ਡੰਡੀਆਂ ਡਬਲ ਮਾਰ ਕੇ 2, ਫਿਰ ਡਬਲ ਡੰਡੀਆਂ। ਉਸ ਤੋਂ ਜਿਹੜਾ ਅਗਲਾ ਸ਼ਬਦ ਹੈ ਉਹਦੇ ਉੱਤੇ ਅੰਕ ਆਏਗਾ 4 3। ਫਰਜ਼ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਉਸ ਰਾਗ ਦੇ ਉਸ ਸਿਰਲੇਖ ਹੇਠ 20 ਸ਼ਬਦ ਨੇ, ਤੇ ਅਖੀਰਲੇ ਸ਼ਬਦ ਤੇ ਆਏਗਾ ਅੰਕ 4 ਤੇ 20। ਹੁਣ ਉਹ ਜਿਹੜਾ 4 ਤੇ 20 ਹੈ ਉਹ ਉਸੇ ਤਰ੍ਹਾਂ ਉੱਥੇ ਚੱਲ ਜਾਏਗਾ, ਔਰ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਸ਼ਬਦ ਨਹੀਂ ਹਨ, ਸ਼ਲੋਕ ਹਨ, ਉਹ ਜਿਹੜੇ 12 ਦੇ ਵਿੱਚ ਸਾਰੇ ਦਰਜ ਕੀਤੇ ਹੋਏ ਆ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਸ਼ਬਦ ਸ਼ੁਰੂ ਹੋਣਗੇ। ਹੁਣ ਜਦੋਂ ਗੁਰੂ ਅਮਰਦਾਸ ਜੀ ਦੀ ਮਹਿਲਾ ਤੀਜਾ ਦੇ ਸਿਰਲੇਖ ਹੇਠ ਬਾਣੀ ਦਰਜ ਹੋਏਗੀ, ਕਿਉਂਕਿ ਉਹ ਵੀ ਚੌਪਦੇ ਨੇ, ਉਹਦੇ ਵਿੱਚ ਵੀ ਚੱਲੇਗਾ 1 2 3 4। ਉਸ ਤੋਂ ਬਾਅਦ ਆਏਗਾ 4 ਤੋਂ ਬਾਅਦ 1, ਕਿਉਂਕਿ ਪਹਿਲਾ ਸ਼ਬਦ ਹੈ। ਉਸ ਤੋਂ ਬਾਅਦ ਆਏਗਾ 21 ਜਿਹੜਾ ਹੈ ਉਹ ਟੋਟਲ ਜੋੜ ਹੈ 20 ਸ਼ਬਦ ਗੁਰੂ ਨਾਨਕ ਸਾਹਿਬ ਦੇ, 1 ਸ਼ਬਦ ਗੁਰੂ ਅਮਰਦਾਸ ਜੀ ਦਾ। ਇਸੇ ਤਰ੍ਹਾਂ ਉਹ ਅੰਕ ਵੱਧਦੇ ਜਾਣਗੇ। ਅਜ਼ਿਊਮ ਕਰੋ, ਮੰਨ ਲਈਏ ਕਿ ਗੁਰੂ ਅਮਰਦਾਸ ਜੀ ਦੇ 10 ਸ਼ਬਦ ਨੇ ਮਹਿਲੇ ਤੀਜੇ ਦੇ ਸਿਰਲੇਖ ਹੇਠ, ਤੇ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੇ ਅਖੀਰ ਤੇ ਅੰਕ ਆਏਗਾ 4 30, ਔਰ ਇਸੇ ਤਰ੍ਹਾਂ ਉਹ ਐਡ ਹੋ ਜਾਏਗਾ। ਹੁਣ ਕਈ ਜਗ੍ਹਾ ਦੇ ਉੱਤੇ ਜਿਹੜੇ ਰੋਜ਼ ਪਾਠ ਕਰਨ ਵਾਲੇ ਸਾਡੇ ਦਰਸ਼ਕ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਲੇਖ ਨੇ, ਚੌਪਦੇ, ਅਸ਼ਟਪਦੀਆਂ, ਛੱਕੇ, ਛੰਤ, ਉਹਦੇ ਵਿੱਚ ਕਿਤੇ ਕਿਤੇ ਇੱਕ ਸਿਰਲੇਖ ਦੇ ਅਖੀਰ ਦੇ ਉੱਤੇ, ਸ਼ਬਦ ਦੇ ਅਖੀਰ ਦੇ ਵਿੱਚ ਇੱਕ ਨੋਟ ਮਿਲਦਾ ਹੈ। 2 ਸ਼ਬਦ, ਜੇ ਮਤਲਬ ਉਹ ਅਸ਼ਟਪਦੀ ਹੈ ਤੇ ਉਹਦੇ ਵਿੱਚ ਨੋਟ ਲਿਖਿਆ ਹੁੰਦਾ ਹੈ ਕਿ ਇਹਦੇ ਵਿੱਚ ਇੰਨੇ ਸ਼ਬਦ ਜਿਹੜੇ ਨੇ ਉਹ 6 ਪਦਾਂ ਦੇ ਨੇ। ਮੈਂ ਉਹਦਾ ਐਗਜ਼ੈਕਟ ਮੇਰੇ ਧਿਆਨ 'ਚ ਨਹੀਂ ਆ ਰਿਹਾ ਸਿਰਲੇਖ ਦਾ ਕਿਸ ਤਰ੍ਹਾਂ ਹੁੰਦਾ ਹੈ। ਤੁਹਾਡਾ ਜਿਹੜਾ ਸਵਾਲ ਹੈ ਉਹਦਾ ਇਹ ਅਰਥ ਹੈ ਵੀ ਜਿਹਨੂੰ ਥੋੜ੍ਹੀ ਜਿਹੀ ਵੀ ਸੋਝੀ ਹੈ, ਜਦੋਂ ਅਸੀਂ ਪਾਠ ਕਰਦੇ ਹਾਂ ਅਸੀਂ ਉਹਨਾਂ ਅੰਕਾਂ ਵੱਲ ਧਿਆਨ ਨਹੀਂ ਦਿੰਦੇ, ਪਰ ਵਿਦਵਾਨ ਤੇ ਦਿੰਦੇ ਨੇ ਨਾ। ਜਦੋਂ ਉਹਦੇ ਵਿੱਚ ਅੱਗਾ ਪਿੱਛਾ ਕਰਨ ਦਾ ਯਤਨ ਅਸੀਂ ਕੋਈ ਵੀ ਸ਼ਖਸ ਕਰਦਾ ਹੈ ਤਾਂ ਇੱਕਦਮ ਇੱਕ ਵੀ ਪੰਕਤੀ ਜੇ ਤੁਸੀਂ ਐਡ ਕਰਦੇ ਆ, ਹੁਣ ਇੱਥੇ ਇੱਕ ਸ਼ਬਦ ਹੈ ਬਾਬਾ ਭਗਤ ਸੂਰਦਾਸ ਜੀ ਦਾ। ਭਗਤ ਸੂਰਦਾਸ ਜੀ ਦੀ ਜਿਹੜੀ ਸ਼ਬਦ ਹੈ ਉਹ ਸ਼ਬਦ ਪੂਰਾ ਨਹੀਂ, ਇੱਕ ਪੰਕਤੀ ਹੈ, ਛਾੜ ਮਨ ਵਿਮੁਖਨ ਕੋ ਸੰਗ। ਉਹਦਾ ਸਿਰਲੇਖ ਹੈ, ਜੇ ਮੈਨੂੰ ਐਗਜ਼ੈਕਟ ਸਿਰਲੇਖ ਮਿਲ ਗਿਆ ਤਾਂ ਇੱਕ ਸ਼ਬਦ ਹੈ, ਉਹਦਾ ਸਿਰਲੇਖ ਹੈ ਸਾਰੰਗ ਮਹਿਲਾ ਪੰਜਵਾਂ, ਸੂਰਦਾਸ। ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਸੂਰਦਾਸ ਦੀ ਪਹਿਲੀ ਪੰਕਤੀ ਹੈ, ਛਾੜ ਮਨ ਹਰ ਵਿਮੁਖਨ ਕੋ ਸੰਗ, ਵੀ ਜਿਹੜੇ ਰੱਬ ਤੋਂ ਬੇਮੁਖ ਹੋ ਚੁੱਕੇ ਨੇ ਉਹਨਾਂ ਦਾ ਤੂੰ ਸਾਥ ਛੱਡ ਦੇ। ਬਾਕੀ ਜਿਹੜਾ ਸ਼ਬਦ ਹੈ
ਉਹ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕੀਤਾ। ਉਹਦਾ ਜਿਹੜਾ ਹਵਾਲਾ ਹੈ ਉਹਦੇ ਸਿਰਲੇਖ ਦੇ ਵਿੱਚ ਦੇ ਦਿੱਤਾ ਗਿਆ। ਇਸੇ ਤਰ੍ਹਾਂ ਹੀ ਕਈ ਵਾਰੀ ਅਸੀਂ ਇਸ ਤਰ੍ਹਾਂ ਇੱਕ ਮਾਨਤਾ ਪਾਈ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਸ਼ਲੋਕ ਭਾਈ ਮਰਦਾਨਾ ਜੀ ਦੇ ਨੇ। ਇਸ ਤਰ੍ਹਾਂ ਨਹੀਂ ਹੈ। ਮਰਦਾਨਾ ਜੀ ਦੇ ਜਿਹੜੇ ਨੇ ਸ਼ਲੋਕ ਉਹਦੇ ਵਿੱਚ ਨਹੀਂ ਹਨ। ਉਹ ਜਿਹੜਾ ਸ਼ਬਦ ਹੈ, ਜਿਹੜੇ ਸ਼ਲੋਕ ਨੇ, ਉਹਨਾਂ ਦਾ ਸਿਰਲੇਖ ਹੈ ਬਿਹਾਗੜੇ ਦੀ ਵਾਰ ਦੀ 12ਵੀਂ ਪੌੜੀ ਨਾਲ ਹੈ, ਸ਼ਲੋਕ ਮਰਦਾਨਾ ਪਹਿਲਾ। ਉਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਉਚਾਰਨ ਕੀਤੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਹੀ ਉਹ ਸ਼ਲੋਕਾਂ ਦੀ ਗਿਣਤੀ ਹੈ। ਉਹ ਜਿਹੜੇ ਸ਼ਲੋਕ ਨੇ ਦੋਨੋਂ ਹੀ ਬਿਹਾਗੜਾ ਦੀ ਵਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ, ਪਰ ਕਿਉਂਕਿ ਉਹਨਾਂ ਨੇ ਉਹ ਦੋਨੋਂ ਸ਼ਲੋਕ ਬਾਬਾ ਅਮਰਦਾਸ ਭਾਈ ਗੁਰਦਾਸ ਜੀ ਦੀ ਪ੍ਰਥਾਏ, ਭਾਈ ਗੁਰਦਾਸ ਜੀ ਦੀ ਯਾਦ ਵਿੱਚ ਉਚਾਰਨ ਕੀਤੇ ਨੇ, ਤੇ ਉਹਦਾ ਜਿਹੜਾ ਸਿਰਲੇਖ ਹੈ ਉਹ ਪਹਿਲਾਂ ਨਾਲ ਆ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨੇ। ਜਦੋਂ ਅਸੀਂ ਹੋਰ ਵੇਖਣਾ ਹੋਵੇ ਤੇ ਜਦੋਂ ਉਹਨਾਂ ਸ਼ਲੋਕਾਂ ਦਾ ਅੰਕ ਚੱਲ ਰਿਹਾ ਹੈ ਉਹਦੇ ਵਿੱਚ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰੇ ਅੰਕਾਂ ਦਾ ਜਿਹੜਾ ਇੱਕ ਵਿਧੀ ਵਿਧਾਨ ਹੈ ਉਹ ਬਹੁਤ ਧਿਆਨ ਦੇ ਨਾਲ ਕੀਤਾ ਹੋਇਆ ਹੈ। ਉਹਦੇ ਵਿੱਚ ਵਾਧਾ ਘਾਟਾ ਜਿਹੜਾ ਕਰਨਾ ਹੈ ਉਹ ਬਹੁਤ ਮੁਸ਼ਕਿਲ ਹੈ। ਜੇ ਕੋਈ ਕਰੇਗਾ ਤਾਂ ਪਕੜਿਆ ਜਾਏਗਾ। ਸੋ ਇਹ ਜਿਸ ਤਰ੍ਹਾਂ ਬਾਈਬਲ ਹੈ, ਨਿਊ ਟੈਸਟੀਮੈਂਟ, ਓਲਡ ਟੈਸਟੀਮੈਂਟ, ਤੇ ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਜਿਸ ਤਰ੍ਹਾਂ ਸੰਪਾਦਨ ਕੀਤੇ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦੇ ਵਿੱਚ ਬਾਅਦ ਘੱਟ ਕਰਨ ਦੀ ਕੋਈ ਗੁੰਜਾਇਸ਼ ਨਹੀਂ। ਜਿਹੜੇ ਵਿਦਵਾਨ ਨੇ ਉਹ ਜਾਣਦੇ ਨੇ, ਉਹ ਗਿਣਤੀਆਂ ਮਿਣਤੀਆਂ ਅਸੀਂ ਨਹੀਂ ਕਰਦੇ, ਪਰ ਉਹਨਾਂ ਨੂੰ ਗਿਣਤੀਆਂ ਮਿਣਤੀਆਂ ਆਉਂਦੀਆਂ ਨੇ। ਇੱਕ ਰਾਗ ਦੇ ਵਿੱਚ ਕਿੰਨੇ ਸ਼ਬਦ ਪਹਿਲੇ ਗੁਰੂ ਦੇ, ਕਿੰਨੇ ਦੂਜੇ, ਤੀਜੇ, ਚੌਥੇ, ਪੰਜਵੇਂ ਦੇ, ਫਿਰ ਟੋਟਲ ਕਿੰਨੇ ਆ ਅਖੀਰ ਦੇ ਉੱਤੇ। ਤੇ ਭਾਈ ਸਾਹਿਬ ਜੀ ਇਹ ਪਰੰਪਰਾ ਭਗਤਾਂ ਦੀ ਬਾਣੀ ਦੀ ਵੀ ਚੱਲਦੀ ਹੈ? ਹਾਂਜੀ, ਬਿਲਕੁਲ ਚੱਲਦੀ ਹੈ। ਜੇ ਨਾ ਡਾਕਟਰ ਸਾਹਿਬ ਇਹਨੂੰ ਹੋਰ ਬਹੁਤ ਸੌਖੇ ਤਰ੍ਹਾਂ ਸਮਝਣਾ ਹੋਵੇ ਤੇ ਜਿਹੜੇ ਭੱਟਾਂ ਦੇ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਾਲੇ ਪਾਸੇ, ਭੱਟਾਂ ਦੇ ਸਵਈਏ ਜਿਹੜੇ ਨੇ, ਜਦੋਂ ਤੁਸੀਂ ਉਹਨਾਂ ਨੂੰ ਧਿਆਨ ਦਿੰਦੇ ਹੋ, ਉਹਨਾਂ ਵਿੱਚ ਇਹ ਗੱਲ ਜਿਹੜੀ ਹੈ ਹੋਰ ਵੀ ਸਪਸ਼ਟ ਹੋ ਕੇ ਆਉਂਦੀ ਹੈ। 11 ਭੱਟ ਨੇ ਤੇ ਉਹਨਾਂ ਦੇ ਕੁੱਲ 123 ਉਚਾਰਨ ਕੀਤੇ ਹੋਏ ਸਵਈਏ ਨੇ। ਉਹ ਜਦੋਂ ਪਹਿਲੇ ਭੱਟ ਦੇ ਸਵਈਏ ਮੁੱਕਦੇ ਹੈ ਤੇ ਅਗਲੇ ਦੇ ਸ਼ੁਰੂ ਹੁੰਦੇ ਨੇ ਤੇ ਗਿਣਤੀ ਆਉਂਦੀ ਹੈ। ਜੇ ਤੁਸੀਂ ਭੱਟਾਂ ਦੇ ਸਵਈਆਂ ਦੇ ਅਖੀਰ ਦੇ ਉੱਤੇ ਅੰਕ ਦੇਖੋ ਤੇ ਉਹ ਜਿਹੜੇ ਅੰਕ ਨੇ ਉਹ ਇੰਨੇ ਲੰਮੇ ਨੇ। ਉਹ ਲੰਮੇ ਦਾ ਮਤਲਬ ਹੈ ਕਿ 2-2 ਡੰਡੀਆਂ ਪਾ ਕੇ ਕਿੰਨੇ ਸਾਰੇ ਉਹਦੇ ਵਿੱਚ ਲਿਖੇ ਹੋਏ ਨੇ, ਕਿਉਂਕਿ 11 ਦੇ 11 ਭੱਟਾਂ ਦੇ ਜਿਹੜੇ ਟੋਟਲ ਸ਼ਲੋਕ ਸਵਈਏ ਨੇ ਉਹਨਾਂ ਦਾ ਹਿਸਾਬ ਕਿਤਾਬ ਕੀਤਾ ਗਿਆ। ਔਰ ਇਹ ਗੁਰੂ ਅਰਜਨ ਸਾਹਿਬ ਜੀ ਨੇ ਆਪ ਇਹ ਸਾਰਾ ਕੁਝ ਕੀਤਾ ਸੀ। ਭਾਈ ਗੁਰਦਾਸ ਜੀ, ਮੈਂ ਇੱਥੇ ਗੱਲ ਸਪਸ਼ਟ ਕਰਾਂ, ਭਾਈ ਗੁਰਦਾਸ ਜੀ ਗੁਰਬਾਣੀ ਵਿਆਕਰਨ ਦੇ ਮਾਹਰ ਸਨ। ਜਿਹੜੀ ਉਸ ਵੇਲੇ ਦੀ ਪਾਲਤੀ ਨਾਂ ਦਾ ਇੱਕ ਵਿਆਕਰਨ ਦਾ ਬਹੁਤ ਵੱਡਾ ਵਿਦਵਾਨ ਹੋਇਆ, ਉਹਦੀ ਵਿਆਕਰਨ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਪ੍ਰਚਾਰਕ ਸਨ। ਤਕਰੀਬਨ 4 ਸਾਲ ਬਨਾਰਸ ਦੇ ਵਿੱਚ ਉਹ ਪ੍ਰਚਾਰਕ ਰਹੇ ਸਿੱਖ ਧਰਮ ਦੇ, ਤੇ ਮਕਸਦ ਇਹ ਸੀਗਾ ਕਿ ਉੱਥੇ ਬਨਾਰਸ ਜਿਹੜਾ ਵਿਦਿਆ ਦਾ ਕੇਂਦਰ ਹੈ, ਉੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਪ੍ਰਚਾਰ ਵੀ ਕਰਨਾ ਹੈ ਤੇ ਉਹਦੇ ਨਾਲ ਜਿਹੜੀ ਵਿਆਕਰਨ ਦੀ ਜਾਂ ਹੋਰ ਸਿੱਖਿਆ ਹੈਗੀ ਹੈ ਉਹ ਵੀ ਤੁਸੀਂ ਪ੍ਰਾਪਤ ਕਰਨੀ ਹੈ। ਭਾਈ ਗੁਰਦਾਸ ਜੀ ਆਪਣੇ ਖੇਤਰ ਦੇ ਵਿੱਚ ਉਸ ਵੇਲੇ ਬਹੁਤ ਵੱਡੇ ਵਿਦਵਾਨ ਸਨ। ਇਸੇ ਕਰਕੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਨੇ, ਉਹਨਾਂ ਦੀਆਂ ਵਾਰਾਂ ਨੇ, ਉਹਨਾਂ ਦੇ ਕਵਿਤ ਨੇ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਗੁਰਦੁਆਰਾ ਸਾਹਿਬਾਂ ਦੇ ਅੰਦਰ ਭਾਈ ਨੰਦ ਲਾਲ ਜੀ ਤੇ ਭਾਈ ਗੁਰਦਾਸ ਜੀ ਦੀ ਜਿਹੜੀ ਰਚਨਾ ਹੈ ਉਹਦਾ ਕੀਰਤਨ ਕਰਨ ਦੀ ਇਜਾਜ਼ਤ ਹੈ, ਕੀਤਾ ਜਾਂਦਾ ਹੈ। ਔਰ ਉਹਨੂੰ ਸਾਰਾ ਕੁਝ ਇਸ ਢੰਗ ਦੇ ਨਾਲ ਜਿਹੜਾ ਸੀਗਾ ਉਹ ਧਿਆਨ 'ਚ ਰੱਖ ਕੇ ਕੀਤਾ ਗਿਆ। ਬੇਸ਼ੱਕ ਕੋਈ ਸ਼ਰਾਰਤੀ ਅਨਸਰ ਕੁਝ ਕਰਨਾ ਚਾਹਵੇ ਵੀ, ਪਰ ਵਿਦਵਾਨਾਂ ਦੀ ਗੱਲ ਤਾਂ ਦੂਰ ਦੀ ਹੈ, ਜਿਹਨੂੰ ਥੋੜੀ ਜਿਹੀ ਵੀ ਸੋਝੀ ਹੈ ਉਹਨੂੰ ਵੀ ਸਮਝ ਆ ਜਾਏਗੀ ਇੱਥੇ ਕੋਈ ਗੱਲ ਜਿਹੜੀ ਹੈ ਠੀਕ ਨਹੀਂ ਆ ਰਹੀ, ਇਸ ਕਰਕੇ ਉਹ ਪਛਾਣਿਆ ਜਾਏਗਾ। ਇਹ ਨਹੀਂ ਹੋ ਸਕਦਾ, ਇਹ ਵਿਲੱਖਣਤਾ ਹੈਗੀ। ਸੋ ਇਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਦੂਰਅੰਦੇਸ਼ੀ ਕਿੰਨੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇਹੋ ਜਿਹੇ ਹੋਣੇ ਨੇ ਜਿਨ੍ਹਾਂ ਨੇ ਮਿਲਗੋਬਾ ਕਰਨਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਵੀ ਇੱਕ ਸਿੱਖ ਕੌਮ ਦੀ ਜਿਹੜੀ ਅਸੀਂ ਸਬਜੈਕਟ ਚੱਲ ਰਿਹਾ ਹੈ ਕਿ ਸਿੱਖ ਕੌਮ ਦੀ ਵਿਲੱਖਣਤਾ। ਇਹ ਇਹੋ ਜਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਾਂ ਆਦਿ ਗ੍ਰੰਥ ਇਹੋ ਜਿਹਾ ਗ੍ਰੰਥ ਹੈ
ਇਹੋ ਜਿਹਾ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ। ਅਤੇ ਇਹਦੇ ਵਿੱਚ ਭਾਈ ਸਾਹਿਬ ਜੀ ਗਾਂ ਚਲੋ ਗੱਲ ਰਲਦੀ ਤਾਂ ਨਹੀਂ, ਪਰ ਮੈਂ ਥੋੜ੍ਹੀ ਜਿਹੀ ਉੱਤੇ ਚਾਨਣਾ ਪਾ ਦੇਵਾਂ ਕਿ ਬਾਣੀ ਨੂੰ ਗੁਰੂ ਦਾ ਦਰਜਾ ਕਿਉਂ ਦਿੱਤਾ ਗਿਆ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਸਿੱਧਾ ਨੂੰ ਕਿ ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਸ਼ਬਦ ਜਿਹੜਾ ਹਮੇਸ਼ਾ ਰਹਿੰਦਾ ਹੈ, ਸ਼ਬਦ ਜਿਹੜਾ ਸਰੀਰਾਂ ਦੇ ਨਾਲ ਖਤਮ ਨਹੀਂ ਹੁੰਦਾ, ਸ਼ਬਦ ਜਿਹਦੇ ਵਿੱਚ ਮਿਲਾਵਟ ਨਹੀਂ ਕੀਤੀ ਜਾ ਸਕਦੀ, ਜਿਹਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਬਾਕੀ ਧਰਮਾਂ ਨੇ ਵੀ ਸ਼ਬਦ ਦੀ ਜਿਹੜੀ ਹੈ ਨਾ ਮਹਾਨਤਾ ਨੂੰ ਸਵੀਕਾਰ ਕੀਤਾ ਹੈ ਜੀ। ਜਦੋਂ ਕ੍ਰਿਸ਼ਨ ਜੀ ਕੁਰੂਕਸ਼ੇਤਰ ਦੇ ਵਿੱਚ ਮਹਾਭਾਰਤ ਦੇ ਯੁੱਧ ਦੇ ਮੈਦਾਨ ਦੇ ਵਿੱਚ ਗੀਤਾ ਦਾ ਉਚਾਰਨ ਕਰਦੇ ਹੈ ਤੇ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ। ਉਹ ਕ੍ਰਿਸਚਨ ਵੀ ਸ਼ਬਦ ਦੀ ਗੱਲ, ਵਰਡ ਦੀ ਗੱਲ ਕਰਦੇ ਨੇ। ਇਸਲਾਮਿਕ ਸੰਸਾਰ ਦੇ ਵਿੱਚ ਵੀ ਕੁਰਾਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਹੈ। ਪਰ ਉਹਨਾਂ ਦਾ ਜਿਹੜਾ ਧਾਰਮਿਕ ਗ੍ਰੰਥ ਨੇ ਉਹ ਸਿਰਫ ਧਾਰਮਿਕ ਗ੍ਰੰਥ ਨੇ, ਉਹ ਗੁਰੂ ਨਹੀਂ ਹਨ। ਜਦੋਂ ਇੱਕਾ ਬਾਣੀ ਇੱਕ ਗੁਰ ਦੀ ਜਿਹੜੀ ਗੱਲ ਹੈ ਉਹ ਗੁਰੂ ਸਾਹਿਬ ਨੇ ਕੀਤੀ, ਤੇ ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਗੁਰੂ ਸਾਹਿਬਾਂ ਨੇ ਆਪਣੇ ਤੋਂ ਬਾਅਦ ਜਿਹੜੀ ਗੁਰਗੱਦੀ ਹੈ, ਅਗਵਾਈ ਹੈ ਜੋਤ ਰੂਪ ਦੀ, ਉਹ ਸ਼ਬਦ ਨੂੰ ਸੌਂਪ ਦਿੱਤੀ। ਤੇ ਉਹ ਜਿਹੜਾ ਸ਼ਬਦ ਹੈ ਉਹਦਾ ਸੰਗ੍ਰਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਕੇ ਉਹਨੂੰ ਮੱਥਾ ਟੇਕ ਦਿੱਤਾ। ਹੁਣ ਇੱਥੇ ਧਿਆਨ ਦੇਣ ਦੀ ਲੋੜ ਹੈ, ਜੋਤ ਤੇ ਜੁਗਤ ਦੋ ਕਿਸਮ ਦੀ ਅਗਵਾਈ ਦੀ ਲੋੜ ਪੈਂਦੀ ਹੈ। ਆਪਣੀ ਗੁਰੂ ਨਾਨਕ ਸਾਹਿਬ ਜੀ ਨੇ 1539 ਚ ਆਪਣੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਜਿਸ ਵੇਲੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਹੈ, ਤੇ ਸੱਤੇ ਬਲਵੰਡ ਨੇ ਜਦੋਂ ਉਹਦਾ ਜ਼ਿਕਰ ਕੀਤਾ ਨਾ, ਲਹਿਣੇ ਦੀ ਫਿਰਾਈ ਹੈ ਨਾਨਕਾ ਦੋਹੀ ਖੱਟੀ ਹੈ, ਜੋਤ ਕੋਹਾ ਜੁਗਤ ਸਾਇਸ਼ ਹੈ ਕਾਇਆ ਫੇਰ ਪਲਟੀ ਹੈ, ਝੁੱਲੇ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀ ਹੈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ। ਲੰਬੀ ਉਹ ਪੌੜੀ ਹੈ, ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ ਗੁਰੂ ਨਾਨਕ ਦੇ ਨਾਂ ਦੀ ਦੋਹੀ ਪਹਿਲਾਂ ਸੰਸਾਰ 'ਚ ਫਿਰਦੀ ਸੀ ਨਾ, ਹੁਣ ਕਿਉਂਕਿ ਗੁਰੂ ਨਾਨਕ ਦੇਵ ਨੇ ਅੱਜ ਉਹਨਾਂ ਨੂੰ ਗੁਰਗੱਦੀ ਦੇ ਕੇ ਮੱਥਾ ਟੇਕ ਦਿੱਤਾ ਹੈ, ਹੁਣ ਉਹ ਜਿਹੜੀ ਦੋਹੀ ਗੁਰੂ ਨਾਨਕ ਦੇ ਨਾਮ ਦੀ ਫਿਰਦੀ ਸੀ ਉਹ ਹੁਣ ਲਹਿਣੇ ਦੀ ਨਾਮ ਦੀ ਫਿਰਦੀ ਹੈ। ਕਿਉਂਕਿ ਇਹ 'ਚ ਫਰਕ ਨਹੀਂ ਹੈ ਕੋਈ, ਕਿਉਂਕਿ ਜੋਤ ਉਹ ਜੁਗਤ ਸਾਈਡ, ਜੋਤ ਤੇ ਜੁਗਤ ਉਹੀ ਹੈ। ਪਰ ਸ਼ੈ ਕਾਇਆ, ਸ਼ੈ ਦਾ ਮਲਕ ਸ਼ੌ, ਸ਼ੈ ਦਾ ਮਾਲਕ ਸ਼ੌ ਹੈ, ਮਾਲਕ ਖਸਮ, ਮਾਲਕ ਨੇ ਸਿਰਫ ਸਰੀਰ ਬਦਲ ਲਿਆ ਹੈ। ਉਹ ਜਿਹੜੀ ਜੋਤ ਤੇ ਜੁਗਤ ਹੈ ਉਹ ਉਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1699 ਨੂੰ ਖਾਲਸੇ ਦੀ ਸਿਰਜਣਾ ਕਰਕੇ ਜੁਗਤ ਰੂਪ ਦੇ ਵਿੱਚ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਖਾਲਸੇ ਨੂੰ ਗੁਰਗੱਦੀ ਦੇ ਦਿੱਤੀ, ਤੇ ਜੋਤ ਰੂਪ ਦੇ ਵਿੱਚ 1708 ਨੂੰ ਹਜ਼ੂਰ ਸਾਹਿਬ ਵਿਖੇ ਗੁਰਗੱਦੀ ਦੇ ਦਿੱਤੀ। ਔਰ ਇਹ ਜਿਹੜਾ ਕੱਲ ਹੈ ਇਹ ਹੋਰ ਕਿਸੇ ਵੀ ਧਰਮ ਦੇ ਹਿੱਸੇ ਇਹ ਗੱਲ ਨਹੀਂ ਆਈ। ਦੁਨੀਆ ਦੇ ਧਾਰਮਿਕ ਸੰਸਾਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਇਨਕਲਾਬੀ ਘਟਨਾ ਸੀ, ਜਦੋਂ ਧਰਮ ਦਾ ਰਹਿਬਰ, ਧਰਮ ਦਾ ਗੁਰੂ ਆਪਣੇ ਚੇਲਿਆਂ ਨੂੰ ਅੰਮ੍ਰਿਤ ਪੌਲ ਦੇਣ ਤੋਂ ਬਾਅਦ ਖੰਡੇ ਦੀ ਪੌਲ ਦੇ ਕੇ ਉਹਨਾਂ ਨੂੰ ਪੰਜ ਪਿਆਰੇ ਬਣਾ ਕੇ ਉਹਨਾਂ ਪਾਸੋਂ ਆਪ ਪੌਲ ਲੈ ਕੇ ਉਹਨਾਂ ਦੀ ਜਿਹੜੀ ਵਡਿਆਈ ਹੈ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖ ਰਿਹਾ ਹੈ। ਇਹ ਨਹੀਂ ਕਿ ਗੁਰੂ ਗੋਬਿੰਦ ਰਾਏ ਦੇ ਵਿੱਚ ਕੋਈ ਕਿਸੇ ਕਿਸਮ ਦੀ ਘਾਟ ਸੀ, ਉਹਨਾਂ ਦੇ ਵਿੱਚ ਕੋਈ ਕਮਜ਼ੋਰੀ ਸੀ, ਇਸੇ ਕਰਕੇ ਉਹਨਾਂ ਨੂੰ ਪੰਜਾਂ ਦੇ ਪੇਸ਼ ਹੋਣਾ ਪਿਆ। ਨਹੀਂ, ਉਹਨਾਂ ਨੇ ਇੱਕ ਦੁਨੀਆ ਦੇ ਸਾਹਮਣੇ ਇੱਕ ਐਸੀ ਮਿਸਾਲ ਰੱਖਣੀ ਸੀ, ਤੇ ਇਹ ਮਿਸਾਲ ਪਹਿਲੀ ਵਾਰੀ ਨਹੀਂ ਰੱਖੀ ਸੀ। 1539 ਨੂੰ ਵੀ ਇਹੀ ਹੋਇਆ ਸੀ। 1539 ਨੂੰ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਉਹ ਸ਼ਬਦ ਦੀ ਪੋਥੀ ਜਿਹੜੀ ਹੈ ਗੁਰੂ ਅੰਗਦ ਜੋਗ ਹੋਈ, ਉਹ ਪੋਥੀ ਸੰਭਾਲ ਕੇ ਉਹਨਾਂ ਨੂੰ ਉੱਚੇ ਥਾਂ ਬਿਠਾਲ ਕੇ ਮੱਥਾ ਟੇਕ ਕੇ ਸਾਰੇ ਸਿੱਖਾਂ ਨੂੰ ਕਹਿ ਦਿੱਤਾ ਸੀ, ਅੱਜ ਤੋਂ ਬਾਅਦ ਸਿੱਖਾਂ ਦੀ ਅਗਵਾਈ ਜਿਹੜੀ ਹੈ ਇਹ ਗੁਰੂ ਅੰਗਦ ਸਾਹਿਬ ਜੀ ਕਰਨਗੇ। ਉਹਨਾਂ ਨੂੰ ਮੱਥਾ ਟੇਕਤਾ ਸੀ। ਠੀਕ ਉਸੇ ਤਰ੍ਹਾਂ ਹੀ ਜਿਵੇਂ ਬਾਕੀ ਗੁਰੂ ਸਾਹਿਬ ਆਪਣੇ ਤੋਂ ਬਾਅਦ ਗੁਰਗੱਦੀ ਦੇ ਕੇ ਉਹਨਾਂ ਨੂੰ ਮੱਥਾ ਟੇਕਦੇ ਆਏ ਸਨ, ਇਸੇ ਤਰ੍ਹਾਂ ਹੀ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜਾਂ ਨੂੰ ਖੰਡੇ ਦੀ ਪੌਲ ਦੇ ਕੇ, ਅੰਮ੍ਰਿਤ ਛਕਾ ਕੇ, ਪੰਜ ਪਿਆਰਿਆਂ ਦਾ ਖਿਤਾਬ ਦੇ ਕੇ, ਪੰਥ ਦੀ ਨੁਮਾਇੰਦਗੀ ਦਾ ਖਿਤਾਬ ਦੇ ਕੇ, ਉਹਨਾਂ ਪਾਸੋਂ ਆਪ ਖੰਡੇ ਦੀ ਪੌਲ ਦੀ ਜਾਚਨਾ ਕਰਕੇ ਉਹ ਜਿਹੜੀ ਰਵਾਇਤ ਚਲੀ ਆ ਰਹੀ ਸੀ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਰੱਖਿਆ। ਇਸ ਤਰ੍ਹਾਂ ਧਾਰਮਿਕ ਸੰਸਾਰ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ। ਜਿਹੜੀ ਇਹ ਵਿਲੱਖਣਤਾ ਹੈ। ਹੋਰ ਵੀ ਵਿਲੱਖਣਤਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਬਾਕੀ ਗ੍ਰੰਥ ਜਿਹੜੇ ਨੇ ਉਹ ਕਵਿਤਾ ਦੇ ਰੂਪ ਵਿੱਚ ਹੋਣਗੇ,
ਜਾਂ ਵਾਰਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਅਤੇ ਤਾਲ ਦੀ ਗੱਲ ਕੀਤੀ ਹੈ। ਹੁਣ ਇਹੋ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਾਉਂਦੇ ਨੇ, ਰਾਗ ਅਤੇ ਤਾਲ ਦੇ ਵਿੱਚ ਗਾਉਂਦੇ ਨੇ ਤੇ ਪੱਥਰ ਪਿਘਲ ਜਾਂਦੇ ਨੇ, ਰੀਠੇ ਮਿੱਠੇ ਹੋ ਜਾਂਦੇ ਨੇ। ਰਾਗ ਅਤੇ ਤਾਲ ਦੀ ਗੱਲ ਵਧੀ ਹੈ ਕਿਉਂਕਿ ਇਹ ਬਾਣੀ ਧੁਰ ਤੋਂ ਆਈ ਹੈ ਅਤੇ ਸੰਗੀਤ ਇੱਕ ਬਹੁਤ ਵੱਡਾ ਪਾਰਟ ਪਲੇ ਕਰਦਾ ਹੈ ਇਸ ਮਨ ਨੂੰ, ਇਸ ਰੂਹ ਨੂੰ ਉੱਚਾ ਚੁੱਕਣ ਵਾਸਤੇ। ਅਤੇ ਭਾਈ ਸਾਹਿਬ ਜੀ, ਕਿਉਂ ਮਹੱਤਤਾ ਸਾਹਿਬ ਸੱਚੇ ਪਾਤਸ਼ਾਹ ਜੀ ਰਾਗ ਅਤੇ ਤਾਲ ਦੀ ਇੰਨੀ ਦਿੱਤੀ ਹੈ? ਡਾਕਟਰ ਸਾਹਿਬ, ਕਈ ਕਾਰਨ ਨੇ ਇਹਦੇ। ਜਿਹੜੀ ਗੱਲ ਤੁਸੀਂ ਕਰ ਹੀ ਦਿੱਤੀ ਹੈ ਕਿ ਜਦੋਂ ਕਿਸੇ ਚੀਜ਼ ਨੂੰ ਗਾ ਕੇ ਸੰਗੀਤ ਦੇ ਵਿੱਚ, ਸੰਗੀਤ ਰਾਹੀਂ ਕੋਈ ਮੈਸੇਜ ਦਿੱਤਾ ਜਾਏ ਤੇ ਉਹਦਾ ਜਿਹੜਾ ਅਸਰ ਹੈ ਉਹ ਵੱਖਰੀ ਕਿਸਮ ਦਾ ਹੁੰਦਾ ਹੈ। ਤੇ ਦੂਸਰਾ, ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਸਮੇਂ ਇਸਲਾਮਿਕ ਸੰਸਾਰ ਦੇ ਵਿੱਚ ਸੰਗੀਤ ਨੂੰ ਕੁਫਰ ਮੰਨਿਆ ਜਾਂਦਾ ਸੀ। ਸੰਗੀਤ ਧਾਰਮਿਕ ਸਥਾਨ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ। ਉਹ ਇਹ ਕਹਿੰਦੇ ਸਨ, ਸੰਗੀਤ ਤਾਂ ਬੇਸਵਾਵਾਂ ਦੇ ਕੋਠਿਆਂ ਤੱਕ ਹੀ ਸੀਮਤ ਰਹਿ ਸਕਦਾ ਹੈ, ਬਾਹਰ ਨਹੀਂ ਆ ਸਕਦਾ, ਜਾਂ ਦੇਵਦਾਸੀਆਂ ਦੇ ਰੂਪ ਦੇ ਵਿੱਚ ਸਿਰਫ ਡਾਂਸ ਤੱਕ ਹੀ ਸੀਮਤ ਰਹਿ ਸਕਦਾ ਹੈ। ਧਰਮ ਦੇ ਨਾਲ ਸੰਗੀਤ ਦਾ ਕੀ ਵਾਸਤਾ? ਔਰ ਇਸ ਗੱਲ ਦੀ ਪ੍ਰੈਕਟੀਕਲ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਸ਼ਹਿਰ ਦੇ ਬਾਹਰ ਪੀਰ ਦਸਤਗੀਰ ਦੇ ਵਿਹੜੇ ਦੇ ਵਿੱਚ ਬੈਠ ਕੇ, ਜਾਂ ਉਹਦੇ ਵਿਹੜੇ ਦੇ ਬਾਹਰ ਦਰਖਤ ਥੱਲੇ ਬੈਠ ਕੇ, ਜਦੋਂ ਇੱਕ ਬਾਬਾ ਅਕਾਲ ਰੂਪ, ਦੂਜਾ ਰਵਾਬੀ ਮਰਦਾਨਾ, ਵੀ ਜਦੋਂ ਉਹਨਾਂ ਨੇ ਉੱਥੇ ਸੰਗੀਤ ਗਾਇਆ, ਜਦੋਂ ਪੱਥਰ ਪੰਘਰੇ ਨੇ, ਜਦੋਂ ਦਸਤਗੀਰ ਪੁੱਛਦਾ ਹੈ ਕਿ ਤੂੰ ਇਹ ਕੁਫਰ ਦਾ ਕੰਮ ਕਿਉਂ ਕੀਤਾ ਹੈ, ਤੇ ਗੁਰੂ ਨਾਨਕ ਸਾਹਿਬ ਉਹਨੂੰ ਜਵਾਬ ਦਿੰਦੇ ਨੇ, ਸੰਗੀਤ ਤਾਂ ਪਾਣੀ ਦੀ ਤਰ੍ਹਾਂ ਹੁੰਦਾ ਹੈ, ਉਹਨੂੰ ਜਿਹੋ ਜਿਹੇ ਭਾਂਡੇ ਦੇ ਵਿੱਚ ਵੀ ਪਾ ਲਿਆ ਜਾਏ ਉਸੇ ਭਾਂਡੇ ਵਰਗਾ ਹੀ ਉਹਦੀ ਸ਼ਕਲ ਹੋ ਜਾਂਦੀ ਹੈ। ਸੰਗੀਤ ਦਾ ਕਸੂਰ ਨਹੀਂ ਹੈ ਕਿ ਇਹ ਅਸ਼ਲੀਲਤਾ ਦੇ ਵਿੱਚ ਵਰਤਿਆ ਜਾਂਦਾ ਹੈ, ਇਹ ਲੋਕਾਂ ਦੇ ਮਨ ਦੀ ਅਵਸਥਾ ਹੈ ਕਿ ਉਹਨਾਂ ਨੇ ਇਹਨੂੰ ਅਸ਼ਲੀਲਤਾ ਤੱਕ ਸੀਮਤ ਕਰ ਦਿੱਤਾ ਹੈ। ਮੈਂ ਇਸ ਸੰਗੀਤ ਨੂੰ, ਇਸ ਰਾਗ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਸਾਧਨ ਵੀ ਬਣਾ ਦਿੱਤਾ ਹੈ। ਹੁਣ ਇਹਦੇ ਰਾਹੀਂ ਪਰਮਾਤਮਾ ਦੇ ਨਾਲ ਮਿਲਿਆ ਵੀ ਜਾ ਸਕਦਾ ਹੈ। ਇਸੇ ਕਰਕੇ ਅੱਜ ਗੁਰਦੁਆਰਿਆਂ ਦੇ ਅੰਦਰ ਕੀਰਤਨ ਦੀ ਮਹਾਨਤਾ ਕਥਾ ਤੋਂ ਬਾਅਦ ਦੂਸਰੇ ਨੰਬਰ ਤੇ ਹੈ। ਪਹਿਲੇ ਨੰਬਰ ਤੇ ਸ਼ਬਦ ਦੀ ਵਿਚਾਰ ਹੈ। ਜਦੋਂ ਦੀਵਾਨ ਲੱਗਦਾ ਹੈ, ਸਤਸੰਗ ਹੁੰਦਾ ਹੈ, ਉੱਥੇ ਕਥਾ, ਕੀਰਤਨ ਤੇ ਵਿਖਿਆਨ ਦੀ ਪਰੰਪਰਾ ਹੈ। ਕਥਾ ਪਹਿਲਾਂ, ਸ਼ਬਦ ਦੀ ਵਿਚਾਰ ਪਹਿਲਾਂ, ਉਸ ਤੋਂ ਬਾਅਦ ਕੀਰਤਨ, ਉਸ ਤੋਂ ਬਾਅਦ ਵਿਖਿਆਨ ਫਿਰ ਕੀਤਾ ਜਾਂਦਾ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹਰ ਥਾਂ ਕਰਨ ਦਾ ਵਿਧਾਨ ਹੈ, ਪੰਥ ਨੇ ਪ੍ਰਵਾਨਿਤ ਕੀਤਾ ਹੋਇਆ ਹੈ। ਸੰਗੀਤ ਦੀ ਮਹਾਨਤਾ ਜਿਹੜੀ ਹੈ, ਬਾਕੀ ਧਰਮਾਂ ਨੇ ਸੰਗੀਤ ਨੂੰ ਬਹੁਤ ਨੀਵੇਂ ਥਾਂ ਮਿੱਥ ਕੇ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਸੰਗੀਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਗਾ ਕੇ, ਸੰਗੀਤ ਰਾਹੀਂ ਕੀਰਤਨ ਕਰ ਕਰਕੇ, ਰਬਾਬ ਦੇ ਰਾਹੀਂ ਕੀਰਤਨ ਕਰ ਕਰਕੇ ਵੱਡੇ ਤੋਂ ਵੱਡੇ ਜਿਹੜੇ ਜ਼ਾਲਮ ਤੋਂ ਜ਼ਾਲਮ ਲੋਕ ਸਨ ਉਹਨਾਂ ਨੂੰ ਵੀ ਪੰਘਲਾ ਕੇ ਅਕਾਲ ਪੁਰਖ ਦੇ ਲੜ ਲਾ ਦਿੱਤਾ ਸੀ। ਡਾਕਟਰ ਸਾਹਿਬ, ਆਪਣੇ ਸਮਾਂ ਮੁੱਕ ਚਲੇ, ਆਪਾਂ ਬਾਰੇ ਦੀ ਗੱਲ ਅਜੇ ਕਰਨੀ ਹੈ, ਖਿਆਲ ਰੱਖਿਓ। ਹਾਂਜੀ, ਆਪਾਂ ਇਹ ਮਹੱਤਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵਿਲੱਖਣਤਾ ਹੈ ਅਤੇ ਇਹ ਉੱਚਤਾ ਲਾ ਲਓ ਕਿ ਰਾਗ ਤਾਲ ਦੀ ਗੱਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਰਾਗ ਗਾਏ ਅਤੇ ਨਾਲ ਨਾਲ ਤਾਲ ਦੀ ਗੱਲ ਵੀ ਕੀਤੀ ਹੈ। ਘਰ ਪੰਜਵਾਂ, ਘਰ 11ਵਾਂ, ਘਰ 12ਵਾਂ ਦੱਸਿਆ ਹੈ ਕਿ ਆਹ ਤਾਲ ਵਜਾਉਣਾ ਹੈ, ਆਹ ਤਾਲ ਵਜਾਉਣਾ ਹੈ, ਆਹ ਰਾਗ, ਫਿਰ ਪੜਤਾਲਾਂ। ਹਰ ਇੱਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਦੇ ਪੱਖੋਂ ਸੰਪੂਰਨ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਭਾਈ ਸਾਹਿਬ ਜੀ, ਕਿਉਂਕਿ ਸਮਾਂ ਥੋੜਾ ਹੈ ਤੇ ਇੱਕ ਗੱਲ ਆਪਾਂ ਭੁੱਲ ਗਏ ਹਾਂ ਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗ੍ਰੰਥ ਜੋ ਭਾਈ ਗੁਰਦਾਸ ਜੀ ਨੇ ਲਿਖ ਲਿਆ ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਜਲਤਾ ਹੋਰ ਜਲਦ ਬਣਾਉਣ ਵਾਸਤੇ ਭਾਈ ਬੰਨੋ ਕੋਲ, ਤੇ ਅਤਾਰੇ ਕਿੰਨੇ ਹੋਏ? ਨਹੀਂ, ਇਸ ਤਰ੍ਹਾਂ ਨਹੀਂ ਹੈ ਡਾਕਟਰ ਸਾਹਿਬ, ਇਹ ਇੱਕ ਮਿਥ ਹੈ। ਜਦੋਂ ਇਹ ਸਾਰੀਆਂ 30 ਪੋਥੀਆਂ ਦੇ ਉੱਤੇ ਬਾਣੀ ਦਰਜ ਕਰ ਲਈ ਗਈ ਤੇ ਉਹਦਾ ਤਤਕਰਾ ਲਿਖਣਾ ਸ਼ੁਰੂ ਹੋਇਆ। ਜਦੋਂ ਉਹਦਾ ਤਤਕਰਾ ਲਿਖਣਾ ਸ਼ੁਰੂ ਹੋਇਆ ਤੇ ਉਸੇ ਵੇਲੇ ਹੀ, ਉਹਨਾਂ ਦਿਨਾਂ ਦੇ ਵਿੱਚ ਛਾਪੇਖਾਨੇ ਤਾਂ ਹੁੰਦੇ ਨਹੀਂ ਸਨ, ਜਿਹੜੇ ਲੋਕ ਕਾਪੀ ਕਰਦੇ ਸਨ ਉਹਨਾਂ ਨੂੰ ਕਾਤਬ ਕਿਹਾ ਜਾਂਦਾ ਸੀ। ਕਾਤਬ ਮੀਨਸ ਕਿਤਾਬਾਂ ਲਿਖਣ ਵਾਲੇ। ਭਾਈ ਬੰਨੋ ਜੀ, ਜਿਹੜੇ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਦੇ ਮਾਂਗਟ ਦੇ ਰਹਿਣ ਵਾਲੇ ਨੇ, ਖਾਰਾ ਮਾਂਗਟ ਉਹਦਾ ਨਾਂ ਹੈ ਪਿੰਡ ਦਾ, ਉੱਥੋਂ ਦੇ ਰਹਿਣ ਵਾਲੇ ਭਾਈ ਬੰਨੋ ਜੀ ਵਿਦਵਾਨ ਨੇ। ਉਹਨਾਂ ਦੀ ਡਿਊਟੀ ਲੱਗੀ
ਕਿ ਜਦੋਂ ਤੱਕ ਭਾਈ ਗੁਰਦਾਸ ਜੀ ਇਹਦਾ ਤਤਕਰਾ ਲਿਖਦੇ ਨੇ ਉਦੋਂ ਤੱਕ ਇਹਦੇ ਉਤਾਰੇ ਕੰਪਲੀਟ ਕਰੋ। 15 ਦਿਨਾਂ ਦੇ ਵਿੱਚ 12 ਕਾਤਬਾਂ ਨੇ ਉਹ ਜਿਹੜਾ ਉਤਾਰਾ ਸੀ ਉਹ ਕੰਪਲੀਟ ਕੀਤਾ। ਤੇ ਜਿਹੜੀ ਇਹਦੀ ਆਦ ਬੀੜ ਦੀ ਜਲਦ ਹੈ ਉਹ ਜਲਦ ਬਣਾਉਣ ਵਾਸਤੇ ਲਾਹੌਰ ਨਹੀਂ ਭੇਜਿਆ ਗ੍ਰੰਥ, ਉਹ ਅੰਮ੍ਰਿਤਸਰ ਦੇ ਵਿੱਚ ਹੀ ਉਹਨਾਂ ਨੂੰ ਬੁਲਾ ਕੇ ਉਹਦੀ ਜਲਦ ਬੰਨੀ ਗਈ, ਕਿਉਂਕਿ ਉਸ ਵੇਲੇ ਇਹ ਇੰਨਾ ਕੀਮਤੀ ਖਜ਼ਾਨਾ ਸੀ ਜਿਹਨੂੰ ਬਾਹਰ ਭੇਜਿਆ ਹੀ ਨਹੀਂ ਜਾ ਸਕਦਾ ਸੀ, ਕਿਉਂਕਿ ਕਈ ਕਿਸਮ ਦੇ ਖਤਰੇ ਵੀ ਸਨ। ਉਹਦੇ ਵਿੱਚ ਮਿਲਾਵਟ ਦਾ ਵੀ ਖਤਰਾ ਸੀ, ਹੋਰ ਕਿਉਂਕਿ ਉਤਾਰਾ ਅਜੇ ਕੋਈ ਹੋਇਆ ਨਹੀਂ ਸੀ, ਉਹਦੇ ਖਰਾਬ ਹੋ ਜਾਣ ਦਾ ਵੀ ਖਤਰਾ ਸੀ। ਬਹੁਤ ਕੀਮਤੀ ਚੀਜ਼ ਜਾਣ ਕੇ ਇਹਦਾ ਉਤਾਰਾ ਭਾਈ ਬੰਨੋ ਜੀ ਦੀ ਦੇਖ ਰੇਖ ਹੇਠ ਉੱਥੇ ਰਾਮਸਰ ਸਾਹਿਬ ਹੀ ਕਰਵਾਇਆ ਗਿਆ। ਜਦੋਂ ਪਹਿਲਾ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਭਾਈ ਬੰਨੋ ਜੀ ਉਹਨਾਂ ਕੋਲੋਂ ਆਗਿਆ ਲੈ ਕੇ ਉਹ ਜਿਹੜਾ ਉਤਾਰਾ ਸੀ ਉਹ ਲੈ ਕੇ ਆਪਣੇ ਪਿੰਡ ਚਲੇ ਗਏ। ਹੋਰ ਉਤਾਰੇ ਇੱਕ ਉਤਾਰਾ ਰਾਮਸਰ ਸਾਹਿਬ ਹੋਇਆ। ਉਸ ਤੋਂ ਬਾਅਦ ਉਸ ਉਤਾਰੇ ਭਾਈ ਬੰਨੋ ਆਪਣੇ ਪਿੰਡ ਲੈ ਗਿਆ ਗੁਰੂ ਅਰਜਨ ਸਾਹਿਬ ਦੀ ਆਗਿਆ ਦੇ ਨਾਲ, ਤੇ ਪਿੰਡ ਲਿਜਾ ਕੇ ਉਹਨੇ ਹੋਰ ਉਤਾਰੇ ਕਰਵਾਏ। ਉਹਨਾਂ ਉਤਾਰਿਆਂ ਦੇ ਵਿੱਚ ਬਾਅਦ ਵਿੱਚ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨਾ ਆਦ ਬੀੜ ਬਾਰੇ ਕਿਤਾਬ ਦੇ ਵਿੱਚ ਬਹੁਤ ਖੋਲ ਕੇ ਲਿਖਿਆ। ਜਿਹੜਾ ਪਹਿਲਾ ਉਤਾਰਾ ਕੁਝ ਸਮਾਂ ਪਹਿਲਾਂ ਤੱਕ ਉਹ ਅਵੇਲੇਬਲ ਸੀਗਾ 60s ਤੱਕ, ਅੱਜ ਕੱਲ੍ਹ ਉਹ ਅਵੇਲੇਬਲ ਨਹੀਂ ਹੈ। ਉਹਦੇ ਵਿੱਚ 12 ਲਿਖਾਰੀਆਂ ਦੀ ਲਿਖਾਈ ਵੱਖਰੀ ਵੱਖਰੀ ਹੈ। ਉਸ ਤੋਂ ਬਾਅਦ ਅਖੀਰ ਤੇ ਕੁਝ ਪੰਨੇ ਹੋਰ ਦਰਜ ਕੀਤੇ ਹੋਏ ਨੇ ਜਿਨ੍ਹਾਂ ਉੱਤੇ ਬਿਲਕੁਲ ਵੱਖਰੀ ਸਿਆਹੀ ਤੇ ਵੱਖਰੀ ਹੈਂਡਰਾਈਟਿੰਗ ਵੱਖਰੀ ਲਿਖਾਈ ਹੈ। ਉਹਦੇ ਵਿੱਚ ਉਹ ਜਿਹੜੀ ਮਿਹਰਬਾਨ ਵਾਲੇ ਸ਼ਬਦ ਨੇ ਕੁਝ ਉਹ ਦਰਜ ਕੀਤੇ ਹੋਏ ਨੇ। ਕੁਝ ਲੋਕ ਇਹ ਕਹਿੰਦੇ ਨੇ ਕਿਉਂਕਿ ਇਹਦੇ ਵਿੱਚ ਵਾਧੇ ਘਾਟੇ ਹੋ ਗਏ ਸੀ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਇਹ ਬੀੜ ਹੁਣ ਖਾਰੀ ਹੋ ਗਈ ਹੈ। ਦਰਅਸਲ ਇਵੇਂ ਨਹੀਂ ਹੈ। ਉਸ ਬੀੜ ਨੂੰ ਭਾਈ ਬੰਨੋ ਵਾਲੀ ਬੀੜ ਜਾਂ ਖਾਰੇ ਮਾਂਗਟ ਵਾਲੀ ਬੀੜ ਕਿਹਾ ਜਾਂਦਾ ਸੀਗਾ, ਕਿਉਂਕਿ ਖਾਰੇ ਮਾਂਗਟ ਦੇ ਵਿੱਚ ਉਹ ਜਾ ਕੇ ਉਹਦੀ ਜਲਦ ਵਗੈਰਾ ਵੱਜੀ ਸੀ। ਉਹਦੇ ਵਿੱਚ ਜਿਹੜੇ ਉਤਾਰੇ ਦੇ ਵਿੱਚ ਵਾਧੇ ਘਾਟੇ ਕੀਤੇ ਗਏ ਉਹ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਬਾਅਦ ਵਿੱਚ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਕੀਤਾ ਗਿਆ। ਉਹਨਾਂ ਉਤਾਰਿਆਂ ਤੋਂ ਬਾਅਦ ਫਿਰ ਹੋਰ ਉਤਾਰੇ ਹੋਏ। ਫਿਰ ਗੁਰੂ ਸਾਹਿਬਾਂ ਦੇ ਵੇਲੇ ਜਿਹੜੇ ਸ਼ਰਧਾਵਾਨ ਸਿੱਖ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਹੋਰ ਵੀ ਉਤਾਰੇ ਕਰਦੇ ਸਨ। ਬਹੁਤ ਸਾਰੇ ਉਤਾਰੇ ਇਸ ਤਰ੍ਹਾਂ ਦੇ ਹੈਗੇ ਸੀਗੇ ਜਿਹੜੇ ਅਥੈਂਟਿਕ ਸੀਗੇ, ਤੇ ਬਹੁਤ ਸਾਰੇ ਐਸੇ ਵੀ ਸੀ ਜਿਨ੍ਹਾਂ ਵਿੱਚ ਬਹੁਤ ਸਾਰਾ ਵਾਧੂ ਘਾਟੂ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਇੱਕ ਐਸੀ ਬੀੜ ਸੀ ਜਿਹਨੂੰ ਅਥੈਂਟਿਕ ਮੰਨਿਆ ਜਾਂਦਾ ਸੀ। ਮੈਂ ਕਾਹਲੀ ਗੱਲ ਕਰ ਸਕੂੰਗਾ। ਜਿਹੜੀ ਬੀੜ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਤੇ ਉਹਨਾਂ ਨੇ ਰਾਮ ਰਾਏ ਨੂੰ ਭੇਜਿਆ ਗੁਰੂ ਇੱਕ ਬੀੜ ਦੇ ਕੇ ਉੱਥੇ, ਉਹ ਜਦੋਂ ਫਿਰ ਆਕੀ ਹੋ ਗਿਆ ਉਹਨੇ ਬਾਣੀ ਬਦਲ ਦਿੱਤੀ। ਜਿਸ ਵੇਲੇ ਗੁਰੂ ਸਾਹਿਬ ਨੇ ਕਹਿਤਾ ਸਾਡੇ ਮੱਥੇ ਨਾ ਲੱਗੇ, ਉਹ ਬੀੜ ਲੈ ਕੇ ਦੇਹਰਾਦੂਨ ਜਿੱਥੇ ਔਰੰਗਜ਼ੇਬ ਨੇ ਉਹਨੂੰ ਜਗੀਰ ਦਿੱਤੀ ਸੀ ਉੱਥੇ ਲੈ ਕੇ ਚਲ ਗਿਆ ਸੀ। ਤੇ ਉਹ ਜਿਹੜੀ ਬੀੜ ਹੈ ਉਹਨੂੰ ਪੰਜਾਬ ਕੌਰ ਵਾਲੀ ਬੀੜ ਜਾਂ ਰਾਮ ਰਾਏ ਵਾਲੀ ਬੀੜ ਕਿਹਾ ਜਾਂਦਾ ਹੈ। ਉਹ ਪੰਜਾਬ ਕੌਰ ਰਾਮ ਰਾਏ ਦੀ ਘਰਵਾਲੀ ਸੀ। ਜਿਸ ਵੇਲੇ ਰਾਮ ਰਾਏ ਨੂੰ ਉਹਦੇ ਮਸੰਦਾਂ ਨੇ ਜਿਉਂਦਾ ਸਾੜ ਦਿੱਤਾ ਸੀ, ਫਿਰ ਜਦੋਂ ਉਹਨੇ ਪੰਜਾਬ ਕੌਰ ਨੇ ਗੁਰੂ ਸਾਹਿਬ ਤੱਕ ਫਰਿਆਦ ਕੀਤੀ ਤੇ ਉਹ ਜਿਹੜੀ ਬੀੜ ਸੀ ਫਿਰ ਉਹ ਦੂਜੇ ਨੰਬਰ ਤੇ ਅਥੈਂਟਿਕ ਬੀੜ ਜਿਹੜੀ ਹੈ ਉਹ ਮੰਨੀ ਜਾਂਦੀ ਹੈ, ਕਿਉਂਕਿ ਗੁਰੂ ਹਰਿਰਾਏ ਸਾਹਿਬ ਨੇ ਆਪ ਉਹ ਜਿਹੜੀ ਬੀੜ ਹੈ ਉਹ ਰਾਮ ਰਾਏ ਨੂੰ ਦਿੱਤੀ ਸੀ ਦਿੱਲੀ ਲੈ ਕੇ ਜਾਣ ਵਾਸਤੇ। ਇਸ ਤਰ੍ਹਾਂ ਹੋਰ ਸਾਰੀਆਂ ਹੱਥ ਲਿਖਤ ਬੀੜਾਂ ਵਿੱਚ ਬਹੁਤ ਸਾਰੇ ਵਾਧੇ ਘਾਟੇ ਹੋਏ, ਜਿਹੜਾ ਅੱਜ ਆਪਾਂ ਬਹੁਤ ਸੀਮਤ ਸਮੇਂ ਦੇ ਵਿੱਚ ਸਾਰੀ ਗੱਲ ਐਕਸਪਲੇਨ ਕਰ ਨਹੀਂ ਸਕਣੀ। ਅੱਜ ਦਰਸ਼ਕਾਂ ਲਈ ਇੰਨਾ ਹੀ ਕਾਫੀ ਹੈ ਕਿ ਜਿਹੜੀ ਆਦ ਬੀੜ ਦੀ ਲਿਖਾਈ ਭਾਈ ਗੁਰਦਾਸ ਜੀ ਨੇ 2.5 ਸਾਲ ਲਾ ਕੇ ਕੀਤੀ, ਰਾਗਾਂ ਦੀ ਤਰਤੀਬ ਦੇ ਕੇ, ਉਹਦਾ ਤਤਕਰਾ ਲਿਖਣ ਸਮੇਂ 15 ਦਿਨ ਦੇ ਵਿੱਚ ਭਾਈ ਬੰਨੋ ਜੀ ਦੀ ਦੇਖ ਰੇਖ ਹੇਠ 12 ਰਾਈਟਰਸ ਲਿਖਣ ਵਾਲੇ ਲਿਖਾਰੀਆਂ ਨੂੰ ਲਾ ਕੇ, ਕਾਤਬਾਂ ਨੂੰ ਲਾ ਕੇ ਉਹਦਾ ਪਹਿਲਾ ਉਤਾਰਾ ਕੀਤਾ ਗਿਆ। ਉਸ ਤੋਂ ਬਾਅਦ ਫਿਰ ਉਸਦੇ ਜਿਹੜੇ ਬਾਕੀ ਦੇ ਉਤਾਰੇ ਕੀਤੇ ਜਾਂਦੇ। ਸਾਹਿਬ ਜੀ ਅਖੀਰ ਦੇ ਉੱਤੇ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਉਹਦੇ ਬਾਰੇ ਦੱਸੋ। ਕਰਤਾਰਪੁਰ ਵਾਲੀ ਬੀੜ ਹੈ ਜਿਹੜੀ 1604 ਵਾਲੀ ਹੈ, ਉਹ ਧੀਰਮਲੀਆਂ ਨੇ ਆਪਣੇ ਕੋਲ ਰੱਖ ਲਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਗੱਦੀ ਮਿਲਣ ਸਮੇਂ ਲੈ ਲਈ ਸੀ ਵਾਪਸ, ਫਿਰ ਉਹਨਾਂ ਕੋਲ ਚਲ ਗਈ ਸੀ ਕਿਉਂਕਿ ਉਹਨਾਂ ਦਾ ਡੇਰਾ ਕਰਤਾਰਪੁਰ ਸੀ। ਉਹ ਬੀੜ ਕਰਤਾਰਪੁਰ ਵਾਲੀ ਬੀੜ ਅਖਵਾਈ। ਇਹ ਉਹ ਬੀੜ ਸੀਗੀ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਾਈ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਹ ਜਿਹੜੇ ਧੀਰਮਲੀਏ ਉੱਥੇ ਸੋਢੀ ਬੈਠੇ ਨੇ ਕਰਤਾਰਪੁਰ ਵਾਲੇ, ਉਹਨਾਂ ਨੇ ਉਹ ਜਿਹੜੀ ਓਰੀਜਨਲ ਬੀੜ ਹੈ ਉਹ ਹੁਣ ਨਹੀਂ ਦਿਖਾਉਂਦੇ। ਅੱਜ ਪੰਥ ਨੂੰ ਨਹੀਂ ਪਤਾ ਉਹ ਬੀੜ ਕਿੱਥੇ ਹੈ। ਜਿਹੜੀ 60 ਦੇ ਵਿੱਚ 1960 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣੀ ਸੀ ਜਿਹਦੇ ਪ੍ਰੋਫੈਸਰ ਸਾਹਿਬ ਸਿੰਘ ਤੇ ਹੋਰ ਵਿਦਵਾਨ ਸਨ। ਉਹਨਾਂ ਨੇ ਉਸ ਬੀੜ ਦੀ ਜਿਹੜੀ ਆ ਸਟੱਡੀ ਕੀਤੀ ਸੀ ਉਸ ਵੇਲੇ ਕਰਤਾਰਪੁਰ ਜਾ ਕੇ, ਉਦੋਂ ਹੈਗੀ ਸੀ। ਮੈਨੂੰ ਇਸ ਕਰਕੇ ਪਤਾ ਕਿਉਂਕਿ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਗੁਰਮਤਿ ਟਰੱਸਟ ਵੱਲੋਂ ਉਹਨਾਂ ਬੀੜਾਂ ਦੀ ਡਿਜੀਟਾਈਲ ਕਰਨ ਵਾਸਤੇ ਕੋਸ਼ਿਸ਼ ਕੀਤੀ ਸੀਗੀ।
ਉਹਨਾਂ ਨੇ ਜਿਹੜੀ ਦਿੱਤੀ ਸਾਨੂੰ, ਅਸੀਂ ਡੀਸੀ ਦਾ ਆਰਡਰ ਕਰਵਾਇਆ ਸੀ, ਉਹ ਵੀ ਜਿਹੜੀ ਬੀਟ ਸੀ ਉਹ ਅਸਲੀ ਨਹੀਂ ਸੀ। ਆਪਾਂ ਇਹਦੇ ਬਾਰੇ ਬਹੁਤ ਲੰਮੀ ਗੱਲਬਾਤ ਸ਼ਾਇਦ ਅਗਲੇ ਕਿਸੇ ਪ੍ਰੋਗਰਾਮ 'ਚ ਕਰ ਸਕਾਂਗੇ ਡਾਕਟਰ ਸਾਹਿਬ। ਚਲੋ ਠੀਕ ਹੈ ਜੀ। ਅੱਜ ਸਮਾਂ ਇੰਨਾ ਹੀ ਆ, ਤੇ ਅਸੀਂ ਕਿਉਂਕਿ ਅੱਜ ਵਿਸ਼ੇਸ਼ ਦਿਨ ਹੈ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਜੋ ਸੰਪਾਦਨਾ ਕੀਤੀ ਸੀ, ਅੱਜ ਇੰਸਟਾਲ ਕੀਤਾ ਸੀ ਦਰਬਾਰ ਹਰਿਮੰਦਰ ਸਾਹਿਬ ਦੇ ਵਿੱਚ, ਇਹਦੇ ਤੇ ਗੱਲ ਕਰਨੀ ਬਣਦੀ ਸੀ। ਤੇ ਇਹ ਵੀ ਆਪਾਂ ਗੱਲ ਹੋਰ ਗਾਂ ਚਲਾਂਗੇ, ਕਿਉਂਕਿ ਸਿੱਖ ਆਇਡੈਂਟੀਟੀ ਦੀ ਗੱਲ ਕਰਨੀ ਹੈ, ਸਿੱਖ ਵਿਲੱਖਣਤਾ ਦੀ ਗੱਲ ਕਰਨੀ ਹੈ। ਸਿੱਖ ਵਿਲੱਖਣਤਾ ਨੂੰ ਕਿਉਂ ਇਸ ਵੇਲੇ ਢਾਹ ਲਾਇਆ ਜਾ ਰਿਹਾ, ਕਿਸ ਤਰ੍ਹਾਂ ਲਾਇਆ ਜਾ ਰਿਹਾ, ਤੇ ਇੱਕ ਇਹ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਨੇ, ਕਿਉਂਕਿ ਇਹ ਵਿਲੱਖਣ, ਇਹ ਗ੍ਰੰਥ ਕਿੱਦਾਂ ਵਿਲੱਖਣ ਹੈ ਬਾਕੀਆਂ ਗ੍ਰੰਥਾਂ ਤੋਂ, ਇਹਦੀ ਗੱਲ ਵੀ ਆਪਾਂ ਅਗਾਂਹ ਕਰਾਂਗੇ। ਸੋ ਇੰਨਾ ਕਹਿੰਦੇ ਅੱਜ ਦੇ, ਕਿਉਂਕਿ ਖਾਏ ਵਿਸ਼ੇਸ਼ ਪ੍ਰੋਗਰਾਮ ਹੈ, ਇਹਦੇ ਉੱਤੇ ਇੰਨਾ ਕਹਿੰਦੇ। ਭਾਈ ਸਾਹਿਬ ਜੀ ਅਖੀਰ ਦੇ ਕੁਛ ਕਹਿਣਾ ਤੁਸੀਂ? ਹਾਂ, ਅੱਜ ਜਿਹੜੀਆਂ ਸੰਗਤਾਂ ਪਹਿਲੇ ਪ੍ਰਕਾਸ਼ ਨੂੰ ਮਨਾ ਰਹੀਆਂ ਨੇ, ਉਹਨਾਂ ਨੂੰ ਸਿੱਖ ਚੈਨਲ ਵੱਲੋਂ, ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਉਹਦੇ ਨਾਲ ਇਸ ਗੱਲ ਦਾ ਖਿਆਲ ਰੱਖਿਆ ਜਾਏ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਗਿਆਨ ਦਾ ਸਾਗਰ ਹੈ, ਜਿਹੜਾ ਲੋਕ ਪਰਲੋਕ ਦੇ ਵਿੱਚ ਸਾਡੀ ਅਗਵਾਈ ਕਰ ਸਕਦਾ ਹੈ। ਅੱਜ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਗੁਰੂ ਸਾਹਿਬ ਨੇ 10ਵੇਂ ਗੁਰੂ ਨੇ ਗੁਰਗੱਦੀ ਬਖਸ਼ਿਸ਼ ਕੀਤੀ ਸੀ, ਇਸ ਤੋਂ ਬਗੈਰ ਹੋਰ ਕੋਈ ਜਿਹੜਾ ਅੱਜ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ। ਸਾਨੂੰ ਬਗੈਰ ਕਿਸੇ ਕੰਡੀਸ਼ਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸ਼ਬਦ ਗੁਰੂ ਦੇ ਮੁਤਾਬਕ ਆਪਣਾ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇਹਦੇ ਨਾਲ ਹੀ ਅਸੀਂ ਇਹ ਜਿਹੜੀ ਅਰਦਾਸ ਸਾਨੂੰ ਕਰਨੀ ਚਾਹੀਦੀ, ਸਤਿਗੁਰੂ ਕਿਰਪਾ ਕਰੇ, ਸਾਨੂੰ ਸ਼ਬਦ ਗੁਰੂ ਦੇ ਲੜ ਲਾਈ ਰੱਖੇ ਤੇ ਸ਼ਬਦ ਗੁਰੂ ਦੀ ਸੋਝੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।